ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੂੰ ਚਾਉ ਸੱਜਣ ਮਹਿੰਡਿਆ ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹ ਸਿਰ ਸਾਹਾਂ ਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ। ਅੰਤਰ ਹੋਤ ਖੁਦ ਅਵਰ ਨਾ ਕੋਈ। ਜੋ ਕਹੀਐ ਸੋ ਪ੍ਰਭ ਤੇ ਹੋਈ। ਜੁਗ ਹੈ ਜੁਗੰਤਰ ਸਾਹਿਬ ਸਚ ਸੋਈ। ਉਤਪਤ ਪਰਲਾ ਅਵਰ ਨਾ ਕੋਈ। ਅੰਤਰ ਉਤ ਭੁਜ ਅਵਰ ਨਾ ਕੋਈ। ਜੋ ਕਹੀਐ ਸੋ ਪ੍ਰਭ ਤੇ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਬਖਸ਼ਿਸ਼ ਦਾ ਸਦਕਾ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ ਹਨ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ, ਸਤਿਗੁਰਾਂ ਦੇ ਦਰ ਘਰ ਦੀ ਮਰਿਆਦਾ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਗਰੀਬ ਨਵਾਜ ਸਾਹਿਬ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹੋਇਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਜੀ
ਰਾਮਕਲੀ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਅਸ਼ਟਪਦੀਆਂ ਉਚਾਰਨ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬ ਨਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਸਾਨੂੰ ਸਾਧ ਸੰਗਤ ਜੀ ਹਰੇਕ ਪੱਖ ਤੋਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੋਈ ਵੀ ਪੱਖ ਮਹਾਰਾਜ ਸਾਹਿਬ ਜੀ ਨੇ ਨਹੀਂ ਛੱਡਿਆ ਹੈ। ਅੰਮ੍ਰਿਤ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਦਿਨ ਤੇ ਰਾਤ ਦਾ ਜ਼ਿਕਰ ਕਰਦਿਆਂ ਹੋਇਆਂ ਵੀ ਉਪਦੇਸ਼ ਦਿੱਤਾ, ਇੱਕ ਇੱਕ ਦਿਨ ਦਾ ਉਪਦੇਸ਼ ਬਖਸ਼ਿਆ। ਮਹਾਰਾਜ ਸਾਹਿਬ ਜੀ ਨੇ ਸਮੇਂ ਦੀ ਗਿਣਤੀ ਮਿਣਤੀ ਜੋ ਸੰਸਾਰ ਦੇ ਵਿੱਚ ਹੈ, ਸਮੇਂ ਦੇ ਲਿਹਾਜ਼ ਦੇ ਨਾਲ ਵੀ ਉਪਦੇਸ਼ ਬਖਸ਼ਿਸ਼ ਕੀਤਾ। ਜਿਵੇਂ ਸਮੇਂ ਨੂੰ ਵੰਡਿਆ ਹੈ ਸਾਲਾਂ ਦੇ ਨਾਲ, ਮਹੀਨੇ ਦੇ ਨਾਲ, 15 ਦਿਨਾਂ ਦੇ ਪੱਖ ਦੇ ਨਾਲ, ਹਫ਼ਤੇ ਦੇ ਨਾਲ। ਅਸੀਂ ਸੰਸਾਰ ਵਿੱਚ ਰਹਿੰਦੇ ਹਾਂ ਤੇ ਸੰਸਾਰ 'ਚ ਅਸੀਂ ਵੇਖਦੇ ਹਾਂ ਵੀ ਸਮੇਂ ਦੀ ਵੰਡ ਸਾਲਾਂ ਦੇ ਨਾਲ ਕੀਤੀ ਹੋਈ ਹੈ। ਫਿਰ ਉੱਥੋਂ ਸੰਨ ਤੇ ਸੰਮਤ ਬਣਿਆ ਹੈ ਤੇ ਉਹ ਜਿਸ ਵੇਲੇ ਸਮੇਂ ਦੀ ਚਾਲ ਚੱਲਦੀ ਹੈ ਤੇ ਸੰਸਾਰ ਦੇ ਵਿੱਚ ਉਹਨੂੰ ਵੰਡਿਆ ਗਿਆ, ਉਹਦਾ ਅੰਦਾਜ਼ਾ ਲਾਇਆ ਗਿਆ ਕਿ ਇਹ ਸਾਲ ਸਮਾਪਤ ਹੋ ਗਿਆ, ਅਗਲਾ ਸਾਲ ਆਰੰਭ ਹੋ ਗਿਆ। ਸਾਲ ਵਿੱਚ 12 ਮਹੀਨੇ ਹਨ ਤੇ 12 ਮਹੀਨਿਆਂ ਦੀ ਵੰਡ ਕੀਤੀ ਹੋਈ ਹੈ। ਇੱਕ ਮਹੀਨਾ ਸਮਾਪਤ ਹੁੰਦਾ ਹੈ, ਅਗਲਾ ਮਹੀਨਾ ਆਰੰਭ ਹੁੰਦਾ ਹੈ। ਮਹੀਨੇ ਤੋਂ ਅੱਗੇ ਸਾਧ ਸੰਗਤ ਜੀ ਫਿਰ 15 ਦਿਨਾਂ ਦਾ ਪੱਖ ਹੈ, ਜਿਹਦੇ ਵਿੱਚ ਮੱਸਿਆ ਤੋਂ ਪੁੰਨਿਆ, ਪੁੰਨਿਆ ਤੋਂ ਮੱਸਿਆ, ਇਹ 15 ਦਿਨਾਂ ਦਾ ਪੱਖ ਹੈ। ਹਨੇਰਾ ਪੱਖ ਤੇ ਚਾਨਣਾ ਪੱਖ, ਇਹ ਫਿਰ ਸਮੇਂ ਦੀ ਵੰਡ ਕੀਤੀ ਹੋਈ ਹੈ। ਉਹਦੇ ਲਿਹਾਜ਼ ਦੁਆਰਾ ਵੀ ਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ। ਇਹਦੇ ਤੋਂ ਅੱਗੇ ਫਿਰ ਹਫ਼ਤੇ, 15 ਦਿਨਾਂ ਨੂੰ ਹਫ਼ਤੇ ਦੇ ਵਿੱਚ ਵੰਡਿਆ ਹੋਇਆ ਹੈ। 7 ਦਿਨ ਹਨ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰ, ਸ਼ੁੱਕਰ, ਸ਼ਨੀਚਰ। ਇਹ ਵਾਰਾਂ ਦੇ ਲਿਹਾਜ਼ ਦੁਆਰਾ ਵੀ ਅੰਮ੍ਰਿਤ ਬਾਣੀ ਅੰਦਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਵਿੱਚ 7 ਵਾਰ ਸਤਿਗੁਰੂ ਜੀ ਨੇ ਉਚਾਰਨ ਕਰਕੇ ਇੱਕ ਇੱਕ ਵਾਰ ਦੁਆਰਾ ਉਪਦੇਸ਼ ਬਖਸ਼ਿਆ। 15 ਥਿੱਤਾਂ ਹਨ ਤੇ ਇੱਕ ਇੱਕ ਥਿੱਤ ਦੇ ਅਨੁਸਾਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਪਰ ਕਿਸੇ ਵਾਰ ਨਾਲ ਨਹੀਂ ਜੋੜਿਆ, ਕਿਸੇ ਥਿੱਤ ਨਾਲ ਨਹੀਂ ਜੋੜਿਆ, ਕਿਸੇ ਮਹੀਨੇ ਨਾਲ ਨਹੀਂ। 12 ਮਹੀਨੇ ਆ ਤੇ ਸੰਗਰਾਂਦ ਵਾਲੇ ਦਿਨ ਗੁਰੂ ਦੀਆਂ ਸੰਗਤਾਂ ਜਿੱਥੇ ਹੋਰ ਬਾਣੀ ਸਰਵਣ ਕਰਦੀਆਂ, ਉੱਥੇ 12 ਮਾਹਾਂ ਦੀ ਬਾਣੀ ਵੀ ਸਰਵਣ ਕਰਦੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 2 ਵਾਰੀ ਮਹਾਰਾਜ ਨੇ 12 ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ। ਜਗਤ ਗੁਰੂ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹੀਨਿਆਂ ਦਾ ਉਪਦੇਸ਼ ਬਖਸ਼ਿਆ, ਪੂਰੇ ਸਾਲ ਦਾ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਝ ਰਾਗ ਦੇ ਅੰਦਰ 12 ਮਹੀਨੇ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਤਾਂ ਇੱਕ ਇੱਕ ਮਹੀਨੇ ਦੁਆਰਾ ਵੀ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ, ਪਰ ਕਿਸੇ ਮਹੀਨੇ ਦੇ ਨਾਲ ਨਹੀਂ ਜੋੜਿਆ। ਜੋੜਿਆ ਉਸ ਨਾਲ ਹੈ ਜਿਨੇ ਇਹ ਸਾਰੀ ਕਿਰਤ ਬਣਾਈ ਹੈ, ਉਸ ਕਰਤੇ ਦੇ ਨਾਲ। ਉਪਦੇਸ਼ ਇਹਨਾਂ ਮਹੀਨਿਆਂ ਦੁਆਰਾ ਉਸ ਦਾ ਹੈ ਜਿਸ ਨੇ ਸਾਰੀ ਰਚਨਾ ਬਣਾਈ ਹੈ, ਜਿਸ ਨੇ ਰੁੱਤਾਂ ਬਣਾਈਆਂ ਹਨ। ਫਿਰ ਸਾਧ ਸੰਗਤ ਜੀ 6 ਰੁੱਤਾਂ ਸਾਲ ਦੇ ਵਿੱਚ, 2 ਮਹੀਨਿਆਂ ਦੀ ਇੱਕ ਰੁੱਤ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰੁੱਤੀ ਬਾਣੀ ਉਚਾਰਨ ਕਰਕੇ ਵੀ ਉਪਦੇਸ਼ ਦਿੱਤਾ। ਰਾਮਕਲੀ ਰਾਗ ਦੇ ਅੰਦਰ ਰੁੱਤੀ ਸਰਲੇਖ ਹੇਠ ਵੀ ਬਾਣੀ ਉਚਾਰਨ ਕੀਤੀ ਹੈ। ਥਿੱਤਾਂ ਦਾ ਉਪਦੇਸ਼, ਕਰਤਾ ਪੁਰਖ ਦੇ ਨਾਲ ਜੁੜਨ ਦਾ ਉਪਦੇਸ਼ ਥਿੱਤੀ ਬਾਣੀ ਉਚਾਰਨ ਕਰਕੇ ਬਖਸ਼ਿਆ।
ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੰਦਰ ਜੋ 12 ਮਹੀਨੇ ਆਉਂਦੇ ਆ ਸਾਧ ਸੰਗਤ ਜੀ, ਉਹ ਚੇਤ ਮਹੀਨੇ ਤੋਂ ਆਰੰਭਤਾ ਹੁੰਦੀ ਹੈ। ਪਹਿਲਾ ਮਹੀਨਾ ਚੇਤ ਦਾ ਹੈ ਤੇ ਬਾਹਰਲਾ ਮਹੀਨਾ ਫਲਗੁਣ ਦਾ, ਫੱਗਣ ਦਾ ਹੈ। ਜੋ ਗੁਰੂ ਕੀ ਬਾਣੀ ਅੰਦਰ ਜੋ ਮਹੀਨੇ ਆਉਂਦੇ ਆ, ਚਾਹੇ ਤੁਖਾਰੀ ਰਾਗ ਅੰਦਰ ਪੜ੍ਹ ਲਈਏ, ਚਾਹੇ ਮਾਝ ਰਾਗ ਅੰਦਰ ਪੜ੍ਹ ਲਈਏ। ਤੇ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਾਲ ਦੀ ਆਰੰਭਤਾ ਜਿਹੜੀ ਹੈ ਉਹ ਚੇਤ ਮਹੀਨੇ ਤੋਂ ਹੁੰਦੀ ਹੈ। ਚੇਤ ਮਹੀਨੇ ਤੋਂ ਜੋ ਗੁਰੂ ਕੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪਹਿਲੇ ਮਹੀਨੇ ਤੇ ਪਹਿਲੇ ਦਿਨ ਤੋਂ ਸਾਲ ਦੀ ਆਰੰਭਤਾ ਹੁੰਦੀ ਹੈ ਨਾ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਪਹਿਲਾ ਮਹੀਨਾ ਚੇਤ ਦਾ ਹੈ। ਤੇ ਚੇਤ ਦੀ ਪਹਿਲੀ ਪੰਕਤੀ ਦੁਆਰਾ ਸਤਿਗੁਰੂ ਕਹਿੰਦੇ, ਚੇਤ ਗੋਵਿੰਦ ਅਰਾਧਿਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੇ ਇਹ ਪੰਕਤੀ, ਇਹ ਉਪਦੇਸ਼ ਸਾਰੇ ਜੀਵਨ ਵਾਸਤੇ ਹੈ, ਸਾਰੀ ਜ਼ਿੰਦਗੀ ਵਾਸਤੇ ਹੈ ਵੀ ਬੰਦਿਆ ਗੋਬਿੰਦ ਦੀ ਆਰਾਧਨਾ ਕਰ ਤੇ ਤੈਨੂੰ ਜੀਵਨ ਦੇ ਵਿੱਚ ਘਣਾ ਆਨੰਦ ਪ੍ਰਾਪਤ ਹੋਵੇਗਾ। ਭਾਵੇਂ ਚੇਤ ਦਾ ਮਹੀਨਾ ਹੋਵੇ, ਭਾਵੇਂ ਵੈਸਾਖ ਦਾ ਹੋਵੇ, ਭਾਵੇਂ ਪੋਹ ਦਾ ਮਹੀਨਾ ਹੋਵੇ, ਜੇ ਤੂੰ ਆਰਾਧਨਾ ਕਰੇਗਾ ਵਾਹਿਗੁਰੂ ਜੀ ਦੀ ਤੇ ਤੇਰੇ ਜੀਵਨ ਵਿੱਚ ਆਨੰਦ ਖੇੜਾ ਪ੍ਰਾਪਤ ਹੋਵੇਗਾ। ਤੇਰਾ ਸਾਰੇ ਮਹੀਨੇ, ਸਾਰੇ ਸਾਲ, ਸਾਰੀਆਂ ਰੁੱਤਾਂ, ਸਾਰੇ ਦਿਨ, ਸਾਰੀਆਂ ਰਾਤਾਂ ਸਫਲੀਆਂ ਹੋ ਜਾਣਗੀਆਂ ਜੇ ਤੂੰ ਵਾਹਿਗੁਰੂ ਜੀ ਦੇ ਨਾਲ ਜੁੜ ਜਾਵੇਂਗਾ। ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਮਹਾਰਾਜ ਕਹਿੰਦੇ ਸਿਮਰਨ ਕਰਨ ਵਾਲਿਆਂ ਦੀ ਸੰਗਤ ਵਿੱਚ ਮਿਲਿਆ ਕਰ ਤੇ ਉੱਥੋਂ ਫਿਰ ਪ੍ਰਾਪਤ ਹੁੰਦਾ ਹੈ ਰਸਨਾ ਦੇ ਨਾਲ ਨਾਮ ਦਾ ਉਚਾਰਨ ਕਰਨਾ, ਫਿਰ ਨਾਮ ਜਪਿਆ ਜਾਂਦਾ ਹੈ। ਔਰ ਅੱਜ ਸਾਧ ਸੰਗਤ ਜੀ ਜੋ ਨਵਾਂ ਸਾਲ ਚੜ੍ਹਿਆ ਹੈ ਨਾ, ਇਹ ਈਸਵੀ ਸਾਲ ਹੈ ਜਾਂ ਸਿੱਧਾ ਕਹਿ ਦਈਏ ਅੰਗਰੇਜ਼ੀ ਸਾਲ ਹੈ। ਅੱਜ 1 ਜਨਵਰੀ ਹੈ, 2022 ਆਰੰਭ ਹੋਇਆ। ਔਰ ਈਸਵੀ ਦਾ ਸੰਬੰਧ ਈਸਾ ਜੀ ਦੇ ਨਾਲ ਹੈ, ਅੰਗਰੇਜ਼ੀ ਸਾਲ ਹੈ। ਔਰ ਸਾਡੇ ਦੇਸ਼ ਵਿੱਚ ਉਦੋਂ ਪ੍ਰਚਲਿਤ ਹੋਇਆ ਸੀ ਜਦੋਂ ਇੱਥੇ ਅੰਗਰੇਜ਼ ਨੇ ਰਾਜ ਕੀਤਾ ਹੈ। ਉਹਦੇ ਤੋਂ ਪਹਿਲਾਂ ਇਸ ਦੇਸ਼ ਵਿੱਚ ਪ੍ਰਚਲਿਤ ਨਹੀਂ ਸੀ ਈਸਵੀ ਸਾਲ। ਇਤਿਹਾਸ ਦੇ ਸਾਰੇ ਗ੍ਰੰਥਾਂ ਵਿੱਚ ਵਿਕਰਮੀ ਸੰਮਤ ਹੀ ਆਉਂਦੇ ਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਵਿਕਰਮੀ ਸੰਮਤ ਹੀ ਵਰਤਿਆ ਹੈ। ਈਸਵੀ ਸਨ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਹੈ। ਪਹਿਲਾਂ ਸਾਡੇ ਦੇਸ਼ ਵਿੱਚ ਈਸਵੀ ਦਾ ਨਾਮੋ ਨਿਸ਼ਾਨ ਹੀ ਨਹੀਂ ਸੀ। ਜਦੋਂ 200 ਸਾਲ ਅੰਗਰੇਜ਼ ਨੇ ਰਾਜ ਕੀਤਾ ਇਸ ਧਰਤੀ ਦੇ ਉੱਤੇ, 200 ਸਾਲ ਸਾਰੇ ਭਾਰਤ ਦੇ ਉੱਤੇ ਰਾਜ ਉਹਨੇ ਕੀਤਾ ਤੇ 100 ਸਾਲ ਪੰਜਾਬ ਦੀ ਧਰਤੀ ਤੇ ਰਾਜ ਕੀਤਾ। ਅੰਗਰੇਜ਼ ਦੇ ਰਾਜ ਤੋਂ ਪਹਿਲਾਂ ਖਾਲਸੇ ਦਾ ਰਾਜ ਸੀ ਇਸ ਧਰਤੀ ਦੇ ਉੱਤੇ। ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲੂਆ, ਬਾਬਾ ਫੂਲਾ ਸਿੰਘ ਜੀ ਅਕਾਲੀ, ਸਰਦਾਰ ਸ਼ਾਮ ਸਿੰਘ ਜੀ ਅਟਾਰੀ। ਜਿਸ ਵੇਲੇ ਖਾਲਸੇ ਦਾ ਰਾਜ ਸੀ ਤੇ ਫਿਰ ਡੋਗਰਿਆਂ ਦੀ ਸਹਿ ਦੇ ਨਾਲ ਅੰਗਰੇਜ਼ ਪੰਜਾਬ ਦੀ ਧਰਤੀ ਤੇ ਆਉਂਦਾ ਹੈ ਤੇ 1846 ਵਿੱਚ ਇਤਿਹਾਸਕਾਰ ਕਹਿੰਦੇ ਕਿ ਸਿੱਖ ਰਾਜ ਦਾ ਆਖਰੀ ਥੰਮ ਉਹ ਫਿਰ ਸਭਰਾਵਾਂ ਦੀ ਧਰਤੀ ਤੇ ਡਿੱਗਦਾ ਹੈ, ਸਰਦਾਰ ਸ਼ਾਮ ਸਿੰਘ ਅਟਾਰੀ। ਅੰਗਰੇਜ਼ਾਂ ਦੇ ਨਾਲ ਜਿਹੜੀ ਆਖਰੀ ਲੜਾਈ ਹੋਈ ਨਾ, ਉਹ 1846 ਈਸਵੀ ਦੇ ਵਿੱਚ ਸਭਰਾਵਾਂ ਦੀ ਧਰਤੀ ਦੇ ਉੱਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਹੋਈ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਅੰਗਰੇਜ਼ ਦਾ ਰਾਜ ਹੋ ਜਾਂਦਾ ਹੈ। ਫਿਰ 100 ਸਾਲ ਪੰਜਾਬ ਦੀ ਧਰਤੀ ਤੇ ਅੰਗਰੇਜ਼ ਰਾਜ ਕਰਦੇ ਨੇ। ਫਿਰ ਗਦਰੀ ਬਾਬੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਔਰ ਭਗਤ ਸਿੰਘ ਵਰਗੇ ਤੇ ਹੋਰ ਅਨੇਕਾਂ ਜੁਝਾਰੂਆਂ ਨੇ ਕੁਰਬਾਨੀਆਂ ਕੀਤੀਆਂ ਤੇ ਫਿਰ ਅੰਗਰੇਜ਼ ਇੱਥੋਂ ਜਾਂਦੇ। 100 ਸਾਲ ਰਾਜ ਕਰਕੇ ਜਾਂਦੇ ਪਰ ਬਹੁਤ ਕੁਝ ਇੱਥੇ ਆਪਣਾ ਛੱਡ ਜਾਂਦੇ। ਉਦੋਂ ਦਾ ਹੀ ਉਹਨਾਂ ਨੇ ਫਿਰ ਇਹ ਈਸਵੀ ਸਨ, ਇਹ ਵੀ ਇੱਥੇ ਉਦੋਂ ਦਾ ਹੀ ਪ੍ਰਚਲਿਤ ਹੋਇਆ ਹੈ। ਇਸ ਕਰਕੇ ਅੱਜ ਦੇ ਦਿਨ ਬਹੁਤ ਲੋਕਾਂ ਨੇ ਵਧਾਈਆਂ ਦੇਣੀਆਂ ਔਰ ਦੇ ਵੀ ਰਹੇ ਹਨ।
ਪਰ ਜਿਨ੍ਹਾਂ ਦਾ ਇਹ ਸਾਲ ਹੈ ਉਹਨਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਾਡਾ ਸਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਚੇਤ ਮਹੀਨੇ ਤੋਂ ਆਰੰਭ ਹੁੰਦਾ ਹੈ, ਤੇ ਸਾਡੇ ਗੁਰਸਿੱਖ ਪਰਿਵਾਰਾਂ ਨੂੰ ਉਦੋਂ ਚੇਤਾ ਵੀ ਨਹੀਂ ਹੁੰਦਾ ਵੀ ਸਾਡਾ ਸਾਲ ਆਰੰਭ ਹੋਇਆ ਹੈ। ਉਸ ਮੌਕੇ ਦੇ ਉੱਤੇ ਵੀ ਵਧਾਈਆਂ ਦੇਣੀਆਂ ਚਾਹੀਦੀਆਂ। ਇਹਦੇ ਨਾਲ ਸਾਡੀ ਨਫ਼ਰਤ ਕੋਈ ਨਹੀਂ, ਇਹਦੇ ਨਾਲ ਸਾਡਾ ਵਿਤਕਰਾ ਕੋਈ ਨਹੀਂ, ਪਰ ਇਹ ਅੰਗਰੇਜ਼ਾਂ ਦਾ ਸਾਲ ਹੈ, ਉਹਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਪਰ ਸਾਡਾ ਵੀ ਇਕੱਲੇ ਇਕੱਲੇ ਸਿੱਖ ਦਾ ਫਰਜ਼ ਬਣਦਾ ਵੀ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਲਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਜਿਹੜਾ ਸਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਚੇਤ ਮਹੀਨੇ ਤੋਂ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਅਰਜਨ ਸਾਹਿਬ ਜੀ ਨੇ ਆਰੰਭ ਕੀਤਾ ਹੈ, ਤੁਸੀਂ ਗੁਰੂ ਕੇ ਸਿੱਖ ਹੋ ਤੇ ਤੁਹਾਡਾ ਇਕੱਲੇ ਇਕੱਲੇ ਦਾ ਫਰਜ਼ ਬਣਦਾ ਇਸ ਸਾਲ ਦਾ ਵੀ ਪ੍ਰਚਾਰ ਕਰਿਆ ਕਰੋ। ਉਸ ਵੇਲੇ ਵੀ ਮੈਸੇਜ ਕਰਿਆ ਕਰੋ, ਉਸ ਵੇਲੇ ਵੀ ਵਧਾਈਆਂ ਦਿਆ ਕਰੋ। ਸਮਾਂ ਸਾਰਾ ਹੀ ਸਫਲਾ ਹੈ ਜਿਸ ਵੇਲੇ ਗੁਰੂ ਕੇ ਦਰ ਦੇ ਉੱਤੇ ਆਈਏ। ਗਰੀਬ ਨਵਾਜ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ, ਸਭ ਨੂੰ ਆਪਣੇ ਘਰੋਂ ਨਾਮਦਾਨ ਇਸ਼ਨਾਨ ਰਹਿਮਤਾਂ ਬਖਸ਼ਿਸ਼ ਕਰਨ। ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਇਆਲ ਨਾ ਕਬਹੂ ਚੂਰੀਐ। ਜਿਸ ਵੇਲੇ ਵੀ ਗੁਰੂ ਕੇ ਦਰ ਦੇ ਉੱਤੇ ਆਈਏ ਉਹ ਸਮਾਂ ਸਫਲਾ ਹੈ ਸਾਧ ਸੰਗਤ ਜੀ। ਤੋਂ ਮਹਾਰਾਜ ਸਾਹਿਬ ਜੀ ਲੜੀਵਾਰ ਰੂਪ ਦੇ ਵਿੱਚ ਜੋ ਅੱਜ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਰਾਮ ਕਲੀ ਰਾਗ ਹੈ। ਪਹਿਲੇ ਪਾਤਸ਼ਾਹ ਜਗਤ ਦੇ ਸੁਆਮੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ। ਅੰਤਰ ਉਤ ਭੁਜ ਅਵਰ ਨਾ ਕੋਈ। ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਪਰਮੇਸ਼ਰ ਨੇ ਉਤ ਭੁਜ ਖਾਣੀ ਦੀ ਸਿਰਜਣਾ ਕੀਤੀ ਹੈ ਤੇ ਉਤ ਭੁਜ ਤੋਂ ਆਦਿਕ ਬਾਕੀ ਖਾਣੀਆਂ ਦੁਆਰਾ ਜੀਵਾਂ ਜੰਤੂਆਂ ਦੀ ਸਿਰਜਣਾ ਕੀਤੀ ਹੈ। ਅੰਡਜ ਜੇਰਜ ਸੇਤਜ ਉਤ ਭੁਜ ਤੇਰੇ ਕੀਤੇ ਜਨਤਾ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰ ਬੰਤਾ। ਇਹ ਚਾਰੇ ਖਾਣੀਆਂ ਜਿਸ ਨੇ ਪੈਦਾ ਕੀਤੀਆਂ ਤੇ ਚਾਰੇ ਖਾਣੀਆਂ ਦੇ ਵਿੱਚ ਜਿਸ ਨੇ ਆਪਣੀ ਜੋਤ ਨੂੰ ਟਿਕਾਇਆ ਹੋਇਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਆਪ ਹੀ ਪਰਮੇਸ਼ਰ ਆਪਣੀ ਸਾਰੀ ਰਚਨਾ ਦੇ ਵਿੱਚ ਵਿਆਪਕ ਹੈ। ਅੰਤਰ ਉਤਭੁਜ, ਇਹ ਉਤਭੁਜ ਖਾਣੀ ਦੇ ਵਿੱਚ ਵੀ ਉਹ ਆਪ ਵਿਆਪਕ ਹੈ, ਬਾਕੀ ਖਾਣੀਆਂ ਵਿੱਚ ਵੀ ਉਹ ਆਪ ਹੀ ਵਿਆਪਕ ਹੈ ਤੇ ਉਹਨੇ ਆਪ ਹੀ ਇਹ ਸਾਰੇ ਪੈਦਾ ਕੀਤੇ ਆ। ਅਵਰ ਨਾ ਕੋਈ, ਉਹਦੇ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ। ਜੋ ਕਹੀਐ ਸੋ ਪ੍ਰਭ ਤੇ ਹੋਈ। ਤੇ ਜੋ ਵੀ ਕਹੀਏ ਨਾ, ਜਿਸ ਵੀ ਵਸਤੂ ਦਾ ਨਾਮ ਲਈਏ, ਮਹਾਰਾਜ ਕਹਿੰਦੇ ਸੋ ਪ੍ਰਭ ਤੇ ਹੋਈ, ਪ੍ਰਭੂ ਤੇ ਹੀ ਪੈਦਾ ਹੋਇਆ ਹੈ। ਹਰ ਇੱਕ ਨੂੰ ਪਰਮੇਸ਼ਰ ਵਾਹਿਗੁਰੂ ਜੀ ਨੇ ਪੈਦਾ ਕੀਤਾ, ਉਹਦੇ ਤੋਂ ਬਿਨਾ ਤੇ ਕਿਸੇ ਦੀ ਵੀ ਉਤਪਤੀ ਨਹੀਂ ਹੈ। ਸਾਰੇ ਮਨੁੱਖ ਜਾਤੀ ਨੂੰ ਉਸਨੇ ਪੈਦਾ ਕੀਤਾ ਹੈ। 84 ਲੱਖ ਜੂਨਾਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਜੋ ਵੀ ਕੁਝ ਕਹੀਏ ਉਹ ਸਾਰਾ ਕੁਝ ਪਰਮੇਸ਼ਰ ਵਾਹਿਗੁਰੂ ਜੀ ਤੋਂ ਹੀ ਹੋ ਰਿਹਾ ਹੈ। ਜੁਗ ਹੈ ਜੁਗੰਤਰ ਸਾਹਿਬ ਸਤ ਸੋਈ। ਮਹਾਰਾਜ ਕਹਿੰਦੇ ਉਹ ਜੋ ਸਾਹਿਬ ਹੈ ਨਾ, ਮਾਲਕ ਹੈ, ਸੱਚ ਸੋਈ, ਸੱਚਾ ਸੋਈ, ਸੋਭਾ ਵਾਲਾ, ਉਹ ਜੁਗਾਂ ਜੁਗੰਤਰਾਂ ਤੋਂ ਉਹ ਵਾਹਿਗੁਰੂ ਪਰਮੇਸ਼ਰ ਆਪ ਹੈ। ਸਾਰੇ ਯੁੱਗ ਵੀ ਉਹਦੇ ਅੰਤਰਗਤ ਹਨ, ਉਸੇ ਨੇ ਹੀ ਪੈਦਾ ਕੀਤੇ। ਸਤਜੁਗ, ਤ੍ਰੇਤਾ, ਦੁਆਪਰ, ਕਲਯੁਗ, ਇਹ ਸਾਰੇ ਯੁੱਗ ਜਿਹੜੇ ਉਸੇ ਵਾਹਿਗੁਰੂ ਜੀ ਨੇ ਆਪ ਪੈਦਾ ਕੀਤੇ ਹੋਏ ਤੇ ਸਾਰਾ ਜੁਗਾਂ ਜੁਗੰਤਰਾਂ ਵਿੱਚ ਉਹ ਆਪ ਹੀ ਸੱਚਾ ਹੈ, ਆਪ ਹੀ ਸਦਾ ਸਲਾਮਤ ਮਾਲਕ ਹੈ। ਉਤਪਤ ਕਰ ਲੋ ਅਵਰ ਨਾ ਕੋਈ। ਜਗਤ ਗੁਰੂ ਜੀ ਕਹਿੰਦੇ ਉਤਪਤ ਵੀ ਉਹ ਆਪ ਕਰਨ ਵਾਲਾ ਹੈ ਸੰਸਾਰ ਦੀ, ਤੇ ਪਰਲੋ ਵੀ ਆਪ ਕਰਨ ਵਾਲਾ ਹੈ। ਉਸ ਤੋਂ ਬਿਨਾ ਹੋਰ ਕੋਈ ਨਾ ਉਤਪਤੀ ਕਰਦਾ ਹੈ ਨਾ ਪਰਲੋ ਕਰਦਾ ਹੈ। ਸੰਸਾਰ ਦੀ ਪੈਦਾਇਸ਼ ਵੀ ਉਹ ਆਪ ਕਰਦਾ ਹੈ ਤੇ ਸੰਸਾਰ ਦਾ ਸੰਘਾਰ, ਖਾਤਮਾ ਵੀ ਆਪ ਹੀ ਕਰਦਾ ਹੈ। ਸਾਰਿਆਂ ਨੂੰ ਪੈਦਾ ਵੀ ਉਹ ਆਪ ਹੀ ਕਰਨ ਵਾਲਾ ਹੈ। ਫਿਰ ਕਿੱਡਾ ਵੱਡਾ ਹੈ ਸਾਧ ਸੰਗਤ ਜੀ, ਕਿੰਨਾ ਸਮਰੱਥ ਹੈ, ਕਿ ਕਿੱਡੀ ਵੱਡੀ ਰਚਨਾ ਹੈ। ਆ ਕਿੰਨੀਆਂ ਧਰਤੀਆਂ ਉਹਨੇ ਪੈਦਾ ਕੀਤੀਆਂ, ਕਿੰਨੇ ਖੰਡ ਬ੍ਰਹਿਮੰਡ ਪੈਦਾ ਕੀਤੇ, ਕੋਈ ਗਿਣਤੀ ਹੈ ਹੀ ਨਹੀਂ। ਮਹਾਰਾਜ ਨੇ ਅੰਮ੍ਰਿਤ ਬਾਣੀ ਚ ਆਖਿਆ
कि कोई गिनती नहीं है। पाताला पाताल लख, आगासा आगास, ओढ़क ओढ़क भाल थके, वेद कहन एक बात। लखां ਇਹ ਪਤਾਲ ਤੇ ਲੱਖਾਂ ਆਕਾਸ਼, ਲੱਖਾਂ ਧਰਤੀਆਂ, ਕੋਈ 1 ਲੱਖ ਨਹੀਂ, ਅਣਗਿਣਤੀ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ। ਕਰੋੜਾਂ ਖੰਡ ਬ੍ਰਹਿਮੰਡ ਉਸਨੇ ਪੈਦਾ ਕੀਤੇ, ਪਰ ਪੈਦਾ ਕਰ ਦਿੱਤੇ ਇੱਕ ਫੁਰਨੇ ਮਾਤਰ ਦੇ ਨਾਲ ਹੀ, ਇੱਕ ਫੁਰਨੇ ਦੇ ਨਾਲ, ਇੱਕ ਚਿਤਵਣੀ ਦੇ ਨਾਲ ਹੀ ਸਾਰਾ ਕੁਝ ਬਣਾ ਦਿੱਤਾ। ਕਿਤੇ ਮਹਾਰਾਜ ਸਾਹਿਬ ਜੀ ਫੁਰਨੇ ਦੁਆਰਾ ਕਹਿੰਦੇ, ਕਿਤੇ ਗਰੀਬ ਨਵਾਜ ਕਹਿੰਦੇ ਇੱਕ ਬੋਲ ਹੀ ਬੋਲਿਆ ਤੇ ਸਾਰਾ ਕੁਝ ਪੈਦਾ ਕਰ ਦਿੱਤਾ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਲੱਖਾਂ ਦਰਿਆ ਪੈਦਾ ਕਰ ਦਿੱਤੇ ਇੱਕ ਕਵਾਓ ਦੇ ਨਾਲ, ਇੱਕ ਬੋਲ ਦੇ ਨਾਲ ਹੀ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਓੰਕਾਰ ब्रह्मा उत्पत, ओंकार किया जिन चित, ओंकार सैल जुग भये, ओंकार वेद निर्मय। एक कवावै ते सब होआ। ते सतगुरु कहते भी वो इन्ना क समा लाउंदा है पैदा करन लग्गिया सारी सृष्टि नूं, एक अख झमकण जिन्ना समा, एक अख झमकण जिन्ना समा। ਤੇ ਪਰਲੋ ਕਰਨ ਲੱਗਿਆ ਵੀ ਇੰਨੇ ਚਿਰ ਦੇ ਵਿੱਚ ਹੀ ਉਹ ਸਮਾਪਤੀ ਕਰ ਦਿੰਦਾ ਹੈ, ਜਿਸ ਵੇਲੇ ਸਮਾਪਤੀ ਕਰਨੀ ਉਹਨੇ ਸਾਰੀ ਰਚਨਾ। ਸੁਖਮਨੀ ਸਾਹਿਬ ਚ ਮਹਾਰਾਜ ਨੇ ਫਰਮਾਇਆ ਨਾ ਵੀ ਉਹਦੇ ਮੰਤਰ ਨੂੰ, ਉਹਦੇ ਫੁਰਨੇ ਨੂੰ, ਉਹਦੀ ਸਲਾਹ ਨੂੰ ਕੋਈ ਜਾਣ ਨਹੀਂ ਸਕਦਾ। ਹਰਨ ਭਰਨ ਜਾ ਕਾ ਨੇਤਰ ਫੋਰ। ਨੇਤਰ ਫੋਰ ਕਹਿੰਦੇ ਅੱਖ ਨੂੰ ਖੋਲਣਾ ਤੇ ਮੀਟਣਾ, ਅੱਖ ਨੂੰ ਝਮਕਣਾ। ਇੰਨੇ ਸਮੇਂ ਚ ਮਹਾਰਾਜ ਕਹਿੰਦੇ ਉਹ ਸ੍ਰਿਸ਼ਟੀ ਦੀ ਉਤਪਤੀ ਕਰਨ ਵਾਲਾ ਹੈ ਤੇ ਇੰਨੇ ਸਮੇਂ ਦੇ ਵਿੱਚ ਹੀ ਉਹ ਪੈਦਾ ਕੀਤੇ ਨੂੰ ਖਤਮ ਵੀ ਕਰਨ ਵਾਲਾ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ। ਉਹਦੇ ਮੰਤਰ ਨੂੰ, ਉਹਦੇ ਮਸ਼ਵਰੇ ਨੂੰ ਕੋਈ ਦੂਜਾ ਜਾਣ ਹੀ ਨਹੀਂ ਸਕਦਾ। ਕਿਵੇਂ ਜਾਣੇਗਾ? ਬੁੱਧੀ ਚੱਕਰਿਤ ਹੋ ਜਾਂਦੀ ਹੈ, ਸਮਝ ਦੀ ਜਿਹੜੀ ਸਮਝਣ ਵਾਲੀ ਸ਼ਕਤੀ ਉਹ ਸਮਾਪਤ ਹੋ ਜਾਂਦੀ ਹੈ। ਵੀ ਜਿਸ ਵੇਲੇ ਉਹਨੇ ਸ੍ਰਿਸ਼ਟੀ ਰਚ ਦਿੱਤੀ, ਫਿਰ ਤਾਂ ਮਨੁੱਖ ਤੋਂ ਅੱਗੇ ਮਨੁੱਖ ਪੈਦਾ ਹੋ ਰਹੇ ਹਨ, ਪਸ਼ੂਆਂ ਤੋਂ ਅੱਗੇ ਪਸ਼ੂ ਪੈਦਾ ਹੋ ਰਹੇ ਹਨ, ਪੰਛੀਆਂ ਤੋਂ ਅੱਗੇ ਪੰਛੀ ਪੈਦਾ ਹੋ ਰਹੇ ਹਨ, ਬਨਸਪਤੀ ਦੇ ਬੀਜ ਤੋਂ ਅੱਗੇ ਬਨਸਪਤੀ ਪੈਦਾ ਹੋ ਰਹੀ ਹੈ। ਪਰ ਜਿਸ ਵੇਲੇ ਸਭ ਤੋਂ ਪਹਿਲੀ ਵਾਰੀ ਉਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਉਦੋਂ ਉਹਨੇ ਕਿਸ ਤਰ੍ਹਾਂ ਪੈਦਾ ਕੀਤੀ ਹੈ? ਜਦੋਂ ਕੁਝ ਵੀ ਨਹੀਂ ਸੀ, ਉਸ ਵੇਲੇ ਜਦੋਂ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਕਿਵੇਂ ਕੀਤੀ ਹੈ? ਹੁਣ ਤਾਂ ਮਨੁੱਖਾਂ ਤੋਂ ਮਨੁੱਖ ਪੈਦਾ ਕੀ ਹੋ ਰਹੇ, ਪਸ਼ੂਆਂ ਤੋਂ ਪਸ਼ੂ ਹੋ ਰਹੇ ਆ, ਪੰਛੀਆਂ ਤੋਂ ਪੰਛੀ ਹੋ ਰਹੇ ਆ। ਪਰ ਜਿਸ ਵੇਲੇ ਉਹਨੇ ਉਹ ਸਾਰਾ ਨਕਸ਼ਾ ਬਣਾਇਆ ਵੀ ਮੈਂ 84 ਲੱਖ ਜੂਨਾਂ ਪੈਦਾ ਕਰਨੀਆਂ, ਇੰਨੇ ਜੀਵ ਜੰਤੂ ਪੈਦਾ ਕਰਨੇ, ਫਿਰ ਇੱਕ ਇੱਕ ਜੂਨ ਦੇ ਵਿੱਚ ਗਿਣਤੀ ਨਹੀਂ ਕਿੰਨੇ ਕੁ ਪੈਦਾ ਕਰ ਦਿੱਤੇ, ਕਿੰਨੇ ਕੁ ਮਨੁੱਖ ਪੈਦਾ ਕੀਤੇ ਆ, ਕਿੰਨੇ ਕੁ ਪਸ਼ੂ ਪੈਦਾ ਕੀਤੇ ਆ, ਕਿੰਨੇ ਕੁ ਪੰਛੀ ਪੈਦਾ ਕੀਤੇ ਆ। 84 ਲੱਖ ਜੂਨ ਉਹ ਭਾਈ, 84 ਲੱਖ ਜੂਨਾਂ ਉਹਨੇ ਪੈਦਾ ਕੀਤੀਆਂ। ਉੱਥੇ ਜਾ ਕਰਕੇ ਸਮਝ ਤੋਂ ਪਰੇ ਦੀ ਗੱਲ ਹੋ ਜਾਂਦੀ। ਕਈ ਵਾਰੀ ਸੰਸਾਰ ਦੇ ਵਿੱਚ ਇਸ ਤਰੀਕੇ ਜਿਹਦੇ ਨਾਲ ਕਿਹਾ ਜਾਂਦਾ ਹੈ ਨਾ ਵੀ ਬੀਜ ਪਹਿਲੋਂ ਹੋਇਆ ਕਿ ਰੁੱਖ ਪਹਿਲਾਂ ਪੈਦਾ ਹੋਇਆ। ਕਈ ਕਹਿ ਦਿੰਦੇ ਵੀ ਇਹ ਤਾਂ ਉਹੀ ਜਾਣਦਾ ਹੈ, ਪਰਮੇਸ਼ਰ ਹੀ ਜਾਣਦਾ ਹੈ, ਜਿਹਨੇ ਪੈਦਾ ਕੀਤਾ ਉਹਨੇ ਕਿਵੇਂ ਪੈਦਾ ਕੀਤਾ। ਉਹਨੇ ਆਪਣੀ ਕਲਾ ਦੇ ਨਾਲ ਹੀ ਪੈਦਾ ਕੀਤੇ, ਉਹਨੇ ਬੀਜ ਵੀ ਆਪਣੇ ਕੋਲੋਂ ਹੀ ਪੈਦਾ ਕੀਤਾ। ਬੀਜ ਕਿਤੋਂ ਪਾਸਿਓਂ ਥੋੜਾ ਉਹ ਲੈ ਕੇ ਆਇਆ ਵੀ ਕਿਸੇ ਹੋਰ ਥਾਂ ਤੋਂ, ਜਦੋਂ ਕੁਝ ਹੈ ਹੀ ਨਹੀਂ ਸੀ, ਸ੍ਰਿਸ਼ਟੀ ਦੀ ਰਚਨਾ ਹੀ ਨਹੀਂ ਸੀ, ਤੇ ਬੀਜ ਕਿੱਥੇ ਹੋਣਾ ਸੀ? ਤੇ ਹਰ ਇੱਕ ਚੀਜ਼ ਦਾ ਬੀਜ ਹੈ, ਹਰੇਕ ਦਾ। ਸਾਰੇ ਜਿੰਨੀਆਂ ਫਸਲਾਂ ਬੀਜੀਆਂ ਜਾਂਦੀਆਂ ਬੀਜਾਂ ਨਾਲ ਹੀ ਬੀਜੀਆਂ ਜਾਂਦੀਆਂ। ਜਿੰਨੇ ਦਰਖਤ ਵਾ, ਹਰੇਕ ਦਰਖਤ ਨੂੰ ਅਖੀਰ ਤੇ ਜਾ ਕੇ ਬੀਜ ਹੀ ਲੱਗਦਾ, ਫਲ ਹੀ ਲੱਗਦਾ। ਜਿੰਨੀਆਂ ਜੂਨਾਂ ਸਾਰਿਆਂ ਦਾ ਬੀਜ ਹੈ। ਕਹਿੰਦੇ ਬੀਜ ਪਹਿਲਾਂ ਹੈ ਕਿ ਉਹ ਜੀਵ ਪਹਿਲਾਂ ਹੋਇਆ ਪੈਦਾ, ਪਰ ਇਹ ਕਰਤਾ ਪੁਰਖ ਨੇ ਆਪਣੇ ਪਾਸੋਂ ਹੀ ਸਭ ਕੁਝ ਪੈਦਾ ਕਰਨ ਵਾਲਾ ਆਪ ਹੀ ਹੈ। ਸਾਰਿਆਂ ਦਾ ਬੀਜ ਉਹਦੇ ਕੋਲ ਹੀ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਵੀ ਜੋ ਕੁਝ ਵੀ ਦਿਸ ਰਿਹਾ, ਜੋ ਕਿਸੇ ਦਾ ਵੀ ਨਾਂ ਲਈਏ, ਸਾਰਾ ਕੁਝ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਹੀ ਪੈਦਾ ਕੀਤਾ ਹੈ।
ਤੇ ਉਹ ਜੁਗਾ ਜੁਗੰਤਰਾਂ ਤੋਂ ਲੈ ਕੇ ਆਪ ਹੀ ਸੱਚਾ ਮਾਲਕ ਪਰਮੇਸ਼ਰ ਹੈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਐਸਾ ਮੇਰਾ ਠਾਕੁਰ ਹੈ। ਇਹ ਭਾਈ ਐਸਾ ਮੇਰਾ ਮਾਲਕ ਸੁਆਮੀ ਹੈ, ਉਹ ਰਚਨਾ ਪਾਲਣਾ ਲੈਦਾ ਕਰਨ ਵਾਲਾ ਠਾਕੁਰ। ਫਿਰ ਉਹ ਗਹਿਰ ਗੰਭੀਰ ਹੈ, ਉਹ ਨਿਰਹਲ ਹੈ ਤੇ ਗੰਭੀਰ ਡੂੰਘਾ ਹੈ। ਤੇ ਕਿੰਨਾ ਕੁ ਗੰਭੀਰ ਹੈ, ਕਿੰਨਾ ਕੁ ਗਹਿਰਾ ਹੈ, ਉਹਦੀ ਗਹਿਰਾਈ ਨੂੰ ਕੋਈ ਮਾਪ ਹੀ ਨਹੀਂ ਸਕਦਾ। ਉਹਦੀਆਂ ਸਿਫਤਾਂ ਤੇ ਕੀਤੀਆਂ ਜਾ ਸਕਦੀਆਂ, ਵਡਿਆਈਆਂ ਤੇ ਕੀਤੀਆਂ ਜਾ ਸਕਦੀਆਂ, ਪਰ ਸਿਫਤਾਂ ਦਾ ਅੰਤ ਨਹੀਂ, ਵਡਿਆਈਆਂ ਦਾ ਅੰਤ ਨਹੀਂ ਆਉਂਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ। ਮਾਰੇ ਕਹਿੰਦੇ ਕਈ ਯਤਨ ਵੀ ਕਰਦੇ ਅੰਤ ਪਾਉਣ ਦਾ, ਪਰ ਆਪਣਾ ਅੰਤ ਹੋ ਜਾਂਦਾ, ਉਹਦਾ ਕੁਝ ਨਹੀਂ ਅੰਤ ਆਉਂਦਾ। ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਜਿੰਨਾ ਬਹੁਤਾ ਉਹਨੂੰ ਕਥਨ ਕਰੀਏ ਓਨਾ ਬਹੁਤਾ ਹੋ ਰਿਹਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੱਡੀ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਮਾਰੇ ਕਹਿੰਦੇ ਏਡਾ ਉੱਚਾ ਕੋਈ ਹੋਵੇ ਤੇ ਉਹ ਸੁੱਚੇ ਨੂੰ ਜਾਣੇ ਨਾ, ਤੇ ਓਡਾ ਉੱਚਾ ਕੌਣ ਹੋ ਸਕਦਾ? ਜਿੱਡਾ ਉੱਚਾ ਉਹ ਆਪ ਹੈ ਪਰਮੇਸ਼ਰ। ਏ ਵੱਡੀ ਉੱਚਾ ਹੋਵੇ ਕੋਏ, ਤੇ ਸੂਚੇ ਕਉ ਜਾਣੈ ਸੋਏ। ਜੇ ਵੱਡੇ ਆਪ ਜਾਣੇ ਆਪ, ਆਪ ਜਿੱਡਾ ਵੱਡਾ ਆਪ ਹੈ, ਜਿੱਡਾ ਉੱਚਾ ਆਪ ਹੈ, ਆਪਣੀ ਉਚਾਈ ਨੂੰ ਆਪ ਹੀ ਜਾਣਦਾ, ਦੂਜਾ ਨਹੀਂ ਜਾਣਦਾ। ਜੇ ਵੱਡੇ ਆਪ ਜਾਣੇ ਆਪ, ਆਪ ਨਾਨਕ ਨਦਰੀ ਕਰਮੀ ਦਾਤ। ਜਿਹਦੇ ਉੱਤੇ ਆਪਣੀ ਨਦਰ ਕਰਮ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਨੂੰ ਇਹ ਦਾਤ ਮਿਲਦੀ, ਉਹਨੂੰ ਇਹ ਸਿਫਤ ਮਿਲਦੀ ਹੈ, ਉਸ ਨੂੰ ਇਹ ਸੂਝ ਮਿਲਦੀ। ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਉਹਦੀਆਂ ਵਡਿਆਈਆਂ ਕਰਦਾ, ਉਹਦੇ ਅੰਤ ਪਾਉਣ ਵਾਲੇ ਪਾਸੇ ਨਹੀਂ ਆਉਂਦਾ। ਜਿਸ ਨੂੰ ਸਮਝ ਆ ਜਾਂਦੀ ਉਹ ਕਹਿੰਦਾ ਹੈ ਵੀ ਭਾਵੇਂ 7 ਸਮੁੰਦਰਾਂ ਦੀ ਸ਼ਾਹੀ ਲੈ ਲਈਏ, ਭਾਵੇਂ ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਪਰ ਕਰਤਾ ਪੁਰਖ ਦਾ ਫਿਰ ਵੀ ਜਸ ਲਿਖਦੇ ਆ, ਉਹਦਾ ਅੰਤ ਨਹੀਂ ਆਉਂਦਾ। ਕਬੀਰ 7 ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ, ਬਸਦਾ ਕਾਗਜ਼ ਜਾਓ ਕਰੋ, ਹਰ ਜਸ ਲਿਖਣ ਨਾ ਜਾਏ। ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ, ਸਾਰਾ ਬੋਲਿਆ ਨਹੀਂ ਜਾ ਸਕਦਾ, ਸਾਰਾ ਸੁਣਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਸੁਣ ਸੁਣ ਕੇ ਹੀ ਸਾਰੇ ਉਹਨੂੰ ਵੱਡਾ ਕਹਿੰਦੇ ਆ। ਕਿਸੇ ਨੇ ਸੁਣਿਆ ਗੁਰੂ ਸਾਹਿਬ ਜੀ ਦੀ ਰਸਨਾ ਦੁਆਰਾ, ਕਿਸੇ ਨੇ ਸੁਣਿਆ ਗੁਰੂ ਕੇ ਸਿੱਖਾਂ ਦੀ ਰਸਨਾ ਦੁਆਰਾ, ਕਿਸੇ ਨੇ ਸੁਣਿਆ ਗੁਰੂ ਕੀ ਬਾਣੀ ਦੁਆਰਾ, ਕਿਸੇ ਨੇ ਸੁਣਿਆ ਧਰਮ ਗ੍ਰੰਥਾਂ ਦੁਆਰਾ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਿੱਡਾ ਕੁ ਵੱਡਾ ਹੈ? ਮਾਰੇ ਕਹਿੰਦੇ ਦਰਸ਼ਨ ਕੀਤੇ ਹੀ ਪਤਾ ਲੱਗੇਗਾ, ਵੇਖਿਆ ਹੀ ਪਤਾ ਲੱਗੇਗਾ। ਜਿੰਨਾ ਚਿਰ ਹਾਲੇ ਵੇਖਿਆ ਨਹੀਂ, ਹਾਲੇ ਤੇ ਸੁਣ ਸੁਣ ਕੇ ਹੀ ਵੱਡਾ ਕਹਿੰਦੇ ਆ ਨਾ। ਸੁਣ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਤੇ ਜਿਨ੍ਹਾਂ ਨੂੰ ਦਰਸ਼ਨ ਹੋਏ ਤੇ ਉਹਨਾਂ ਪਤਾ ਕੀ ਆਖਿਆ? ਕੀਮਤ ਪਾਏ ਨਾ ਕਹਿਆ ਜਾਏ। ਉਹ ਕਹਿੰਦੇ ਕਹਿਆ ਹੀ ਨਹੀਂ ਜਾ ਸਕਦਾ ਕਿੱਡਾ ਕੁ ਵੱਡਾ। ਰਸਨਾ ਛੋਟੀ ਹੈ, ਮੂੰਹ ਛੋਟਾ ਹੈ, ਜੀਭ ਛੋਟੀ ਹੈ, ਉਹ ਬਹੁਤ ਵੱਡਾ ਹੈ। ਜਿਹਵਾ ਏਕ ਕਮਨ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ। ਸਭ ਸੁਰਤੇ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇੱਕ ਤਿਲ ਜਿੰਨੀ ਵਡਿਆਈ ਵੀ ਨਹੀਂ ਕਹੀ ਜਾ ਸਕਦੀ।
ਮਹਾਰਾਜ ਕਹਿੰਦੇ ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਐਸਾ ਮੇਰਾ ਮਾਲਕ ਪਰਮੇਸ਼ਰ ਹੈ, ਨਿਰਹਲ ਹੈ, ਡੂੰਘਾ ਹੈ। ਜਿਨ ਜਪਿਆ ਤਿਨ ਹੀ ਸੁਖ ਪਾਇਆ। ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਜਪਿਆ ਨਾ, ਉਹਨਾਂ ਨੇ ਫਿਰ ਆਤਮਿਕ ਸੁਖ ਪਾਇਆ। ਜਿਨ੍ਹਾਂ ਨੇ ਜਪਿਆ ਹੈ ਉਹਨਾਂ ਨੂੰ ਸਦੀਵੀ ਸੁਖ ਪ੍ਰਾਪਤ ਹੋ ਗਿਆ। ਹਰ ਕੈ ਨਾਮ ਨਾ ਲੱਗੈ ਜਮ ਤੀਰ। ਜਿਹੜੇ ਹਰੀ ਦੇ ਨਾਮ ਦੇ ਨਾਲ ਜੁੜ ਗਏ, ਉਹ ਨਾਮੀ ਦੇ ਨਾਲ ਜੁੜਨ ਕਰਕੇ ਉਹਨਾਂ ਨੂੰ ਜਮਦੂਤਾਂ ਦਾ ਤੀਰ ਨਹੀਂ ਲੱਗਦਾ। ਜਮਦੂਤ ਉਹਨਾਂ ਦੇ ਤੀਰ ਨੇੜੇ ਨਹੀਂ ਆਉਂਦੇ ਹਨ, ਨੇੜੇ ਨਹੀਂ ਲੱਗਦੇ ਹਨ। ਨਾਮ ਸੁਣ ਕਰਕੇ ਜਮਦੂਤ ਦੂਰੋਂ ਹੀ ਭੱਜ ਜਾਂਦੇ ਹਨ। ਨਾਮ ਸੁਣੇ ਜਮ ਦੂਰੋਂ ਭਾਗੇ, ਮਤ ਮਾਰੇ ਹਰਿ ਜੀਉ ਵੇ ਪ੍ਰਵਾਹਾ ਹੈ। ਉਹ ਕਹਿੰਦੇ ਮਤਾ ਉਹ ਵੇ ਪ੍ਰਵਾਹ ਪਰਮੇਸ਼ਰ ਸਾਨੂੰ ਮਾਰ ਪਾਉਂਦਾ ਹੋਵੇ। ਨਾਮ ਜਪਣ ਵਾਲਿਆਂ ਦੇ ਜਮਦੂਤ ਨੇੜੇ ਨਹੀਂ ਆਉਂਦੇ। ਪੰਚਮ ਪਾਤਸ਼ਾਹ ਨੇ ਫਰਮਾਇਆ ਕਿ ਧਰਮ ਰਾਜਾ ਨੇ ਆਪਣੇ ਦੂਤਾਂ ਨੂੰ ਆਖਿਆ ਹੈ, ਜਿੱਥੇ ਕੋਈ ਪ੍ਰਭੂ ਦੀ ਕੀਰਤੀ ਕਰਦਾ, ਨਾਮ ਜਪਦਾ, ਜਮਦੂਤੋ ਉੱਥੇ ਨਾ ਜਾਇਓ। ਜੇ ਚਲੇ ਗਏ ਤੁਸੀਂ ਵੀ ਵੱਜ ਜਾਣਾ ਤੇ ਮੈਂ ਵੀ ਵੱਜ ਜਾਵਾਂਗਾ, ਜਮਪੁਰੀ ਵੀ ਨਹੀਂ ਛੁੱਟਣੀ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਹੁਣਾ ਹੋਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈਆ ਹੋ ਦੂਤ। ਇਹ ਜਮਦੂਤੋ ਨੇੜੇ ਨਾ ਜਾਇਓ। ਨਾਮ ਸੁਣ ਕੇ ਤੇ ਜਮਦੂਤ ਜੇ ਆ ਵੀ ਜਾਣ ਤੇ ਮਾਰੇ ਕਹਿੰਦੇ ਉਹ ਛੱਡ ਕੇ ਭੱਜ ਜਾਂਦੇ। ਨਾਮ ਦੀ ਐਸੀ ਸ਼ਕਤੀ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਨਾਮ ਸੁਣ ਕੇ ਛੱਡ ਜਾਂਦੇ। ਸਤਿਗੁਰੂ ਕਹਿੰਦੇ ਜਿਹੜੇ ਨਾਮ ਜਪਦੇ ਆ ਭਾਈ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ। ਰਹਾਉ ਵਿਸਰਾਮ ਦੇ ਕੇ ਫਰਮਾਉਂਦੇ ਹਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਨਾਮ ਰਤਨ ਹੀਰਾ ਨਿਰਮੋਲ। ਨਾਮ ਰਤਨ ਹੈ, ਨਾਮ ਹੀਰਾ ਹੈ, ਜਿਸ ਹੀਰੇ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਬੇਕੀਮਤੀ ਹੀਰਾ ਹੈ, ਨਿਰਮੋਲਕ ਹੀਰਾ ਹੈ। ਸਾਚਾ ਸਾਹਿਬ ਅਮਰ ਅਤੁਲ। ਉਹ ਵਾਹਿਗੁਰੂ ਪਰਮੇਸ਼ਰ ਸੱਚਾ ਮਾਲਕ ਹੈ, ਸੱਚਾ ਸਾਹਿਬ ਹੈ, ਅਮਰ ਹੈ, ਜੋ ਸਦੀਵੀ ਹੈ, ਮਰਨ ਤੋਂ ਰਹਿਤ ਹੈ, ਅਤੋਲ ਤੋਲਣ ਤੋਂ ਰਹਿਤ ਹੈ। ਕੋਈ ਪਰਮੇਸ਼ਰ ਵਾਹਿਗੁਰੂ ਜੀ ਨੂੰ ਤੋਲ ਨਹੀਂ ਸਕਦਾ। ਕੋਈ ਤੱਕੜੀ ਨਹੀਂ ਬਣੀ ਉਹਨੂੰ ਤੋਲਣ ਵਾਲੀ, ਕੋਈ ਵੱਟਾ ਨਹੀਂ ਬਣਿਆ ਉਸ ਨੂੰ ਤੋਲਣ ਵਾਲਾ। ਹਰੇਕ ਜੀਵ ਦੀ ਬੁੱਧੀ ਜਿਹੜੀ ਨਾ ਇਹ ਤੱਕੜੀ ਬਣੀ ਹੋਈ ਹੈ ਸਾਧ ਸੰਗਤ ਜੀ। ਹਰੇਕ ਜੀਵ ਦੀ ਬੁੱਧੀ ਇਹ ਤੱਕੜੀ ਬਣੀ ਹੋਈ ਹੈ। ਸਾਡੀ ਬੁੱਧੀ ਹਰ ਇੱਕ ਨੂੰ ਤੋਲਦੀ ਰਹਿੰਦੀ ਹੈ, ਹਰੇਕ ਸਰੀਰ ਨੂੰ ਤੋਲਦੀ ਹੈ, ਹਰੇਕ ਮਨੁੱਖ ਬਾਰੇ ਸੋਚਦੀ ਹੈ, ਤੋਲਦੀ ਵੀ ਇਹਦੇ ਚ ਗੁਣ ਹੈ ਕਿ ਔਗਣ ਹਨ, ਇਹ ਕਿਹੋ ਜਿਹਾ ਹੈ। ਜਿੱਥੇ ਬਾਕੀਆਂ ਨੂੰ ਤੋਲਣ ਦਾ ਯਤਨ ਕਰਦੀ ਹੈ, ਵਿਚਾਰਦੀ ਹੈ, ਉੱਥੇ ਕਈ ਵਾਰੀ ਇਹ ਪਰਮੇਸ਼ਰ ਨੂੰ ਤੋਲਣ ਦਾ ਵੀ ਯਤਨ ਕਰਦੀ ਹੈ। ਪਰ ਗਰੀਬ ਨਵਾਜ ਸਾਹਿਬ ਕਹਿੰਦੇ ਵੀ ਇਹ ਇਨਸਾਨ ਦੀ ਜਿਹੜੀ ਬੁੱਧੀ ਹੈ ਨਾ, ਇਹ ਸੁਨਿਆਰੇ ਦੀ ਕੰਡੀ ਦੀ ਤਰ੍ਹਾਂ ਹੈ। ਹੁੰਦਾ ਤੇ ਕੰਡਾ ਹੀ ਹੈ, ਨਿੱਕਾ ਜਿਹਾ ਉਹਨੂੰ ਕੰਡੀ ਕਹਿ ਦਿੰਦੇ ਨਾ। ਸੁਨਿਆਰੇ ਕੋਲੇ ਜਿਹੜੀ ਤੱਕੜੀ ਹੁੰਦੀ ਹੈ, ਉਹ ਨਿੱਕੀ ਜੀ ਨਿੱਕਾ ਜਿਹਾ ਕੰਡਾ ਹੁੰਦਾ ਨਾ, ਨਿੱਕੀ ਜੀ ਕੰਡੀ ਸੁਨਿਆਰੇ ਦੀ। ਕਿਉਂਕਿ ਉਹਦੇ ਨਾਲ ਉਹਨੇ ਛਟਾਂਕੀ, ਮਾਸਾ, ਤੋਲਾ, ਰੱਤੀ ਤੋਲਣਾ ਹੁੰਦਾ ਹੈ। ਨਾ ਤੇ ਉਹ ਕਿਲੋਆਂ ਨਾਲ ਤੋਲਦਾ ਹੈ, ਨਾ ਮਣਾ ਨਾਲ, ਨਾ ਕੁਇੰਟਲਾਂ ਨਾਲ, ਤੇ ਨਾ ਟੰਨਾਂ ਨਾਲ ਤੋਲਦਾ ਹੈ। ਉਹਨੇ ਸੋਨਾ ਤੋਲਣਾ ਹੁੰਦਾ ਨਾ, ਮਾਸਾ ਕ ਤੋਲਣਾ, ਰੱਤੀ ਕ ਤੋਲਣਾ। ਮਹਾਰਾਜ ਕਹਿੰਦੇ ਸੁਨਿਆਰੇ ਦੀ ਕੰਡੀ, ਜੇ ਸੁਨਿਆਰਾ ਆਖੇ ਵੀ ਆਪਣੀ ਨਿੱਕੀ ਜੀ ਤੱਕੜੀ ਨਾਲ ਜਿਹਦੇ ਨਾਲ ਮੈਂ ਤੋਲਾ ਤੋਲਾ ਤੋਲਦਾ, ਰੱਤੀ ਰੱਤੀ ਤੋਲਦਾ, ਵੀ ਇਹਦੇ ਨਾਲ ਮੈਂ ਸਮੁੰਦਰ ਤੋਲ ਕੇ ਰੱਖ ਦੇਵਾਂ। ਜੇ ਉਹਦੇ ਨਾਲ ਉਹ ਆਖੇ ਵੀ ਆ ਨਿੱਕੀ ਜੀ ਮੈਂ ਤੱਕੜੀ ਨਾਲ ਜਿਹਦੇ ਨਾਲ ਮੈਂ ਸੋਨਾ ਤੋਲਦਾ ਮੈਂ ਥੋੜਾ ਥੋੜਾ, ਇਹਦੇ ਨਾਲ ਮੈਂ ਪਰਬਤ ਤੋਲ ਕੇ ਰੱਖ ਦੇਵਾਂ। ਕਿਵੇਂ ਤੋਲ ਸਕਦਾ ਪਰਬਤ ਨੂੰ ਉਸ ਤੱਕੜੀ ਨਾਲ? ਨਹੀਂ ਤੋਲ ਸਕਦਾ। ਕਾਨੜੇ ਦੀ ਵਾਰ ਦੇ ਵਿੱਚ ਬਚਨ ਆਇਆ, ਮਹਾਰਾਜ ਕਹਿੰਦੇ ਜਿਵੇਂ ਸੁਨਿਆਰੇ ਦੀ ਉਹ ਨਿੱਕੀ ਜੀ ਕੰਡੀ
ਉਹ ਸਮੁੰਦਰ ਨਹੀਂ ਤੋਲ ਸਕਦੀ, ਪਰਬਤ ਨਹੀਂ ਤੋਲ ਸਕਦੀ। ਇਸ ਤਰ੍ਹਾਂ ਮਨੁੱਖ ਦੀ ਬੁੱਧੀ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਤੋਲ ਸਕਦੀ, ਕਿਉਂਕਿ ਉਹ ਕਰਤਾ ਹੈ, ਇਹ ਇਨਸਾਨ ਉਹਦੀ ਕਿਰਤ ਹੈ। ਤੇ ਇਹਦੀ ਬੁੱਧੀ ਜਿੱਥੇ ਹੋਰਨਾਂ ਨੂੰ ਤੋਲਦੀ ਹੈ, ਮਿਣਦੀ ਹੈ, ਮਾਪਦੀ ਹੈ, ਤੇ ਕਈ ਵਾਰੀ ਪਰਮੇਸ਼ਰ ਵਾਹਿਗੁਰੂ ਨੂੰ ਵੀ ਤੋਲਣ ਲੱਗ ਪੈਂਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈ, ਕਿੱਡਾ ਵੱਡਾ ਹੈ, ਕਿਹੋ ਜਿਹਾ ਹੈ, ਤੇ ਉਹਨੂੰ ਤੋਲਦਾ ਹੈ। ਪਰ ਜੇ ਉਹ ਨਿੱਕੀ ਜਿਹੀ ਕੰਡੀ ਉੱਤੇ ਜ਼ਿਆਦਾ ਵਜਨ ਰੱਖਿਆ ਜਾਵੇ ਤੇ ਉਹਦੀਆਂ ਤਣੀਆਂ ਜਿਹੀਆਂ ਟੁੱਟ ਜਾਣੀਆਂ ਨਾ, ਉਹਦੇ ਛਾਬਾ ਜਿਹਾ ਟੁੱਟ ਜਾਣਾ। ਇਸ ਕਰਕੇ ਇਹ ਇਨਸਾਨ ਦੀ ਨਿੱਕੀ ਜਿਹੀ ਬੁੱਧੀ ਦੀ ਕੰਡੀ, ਇਹ ਉਹ ਪਰਬਤ ਪਹਾੜ ਵੀ ਤਾਂ ਉਹਦੇ ਅੱਗੇ ਛੋਟੇ ਆ, ਉਹਨੇ ਪਰਬਤ ਤਾਂ ਉਹਨੇ ਪੈਦਾ ਕੀਤੇ। ਜਿਵੇਂ ਸੁਨਿਆਰੇ ਦੀ ਕੰਡੀ ਪਰਬਤ ਨੂੰ ਨਹੀਂ ਤੋਲ ਸਕਦੀ, ਇਸ ਤਰ੍ਹਾਂ ਬੰਦੇ ਦੀ ਬੁੱਧੀ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਤੋਲ ਸਕਦੀ। ਕੋਈ ਦ੍ਰਿਸ਼ਟਾਂਤ, ਪ੍ਰਮਾਣ, ਉਦਾਹਰਨ ਰੂਪੀ ਜਿਹੜਾ ਵੱਟਾ ਹੈ, ਉਸ ਵਾਹਿਗੁਰੂ ਨੂੰ ਤੋਲ ਨਹੀਂ ਸਕਦਾ। ਇਹਦੀ ਬੁੱਧੀ ਦੀ ਜਿਹੜੀ ਤਕੜੀ ਜੀ ਹੈ ਨਾ, ਟੁੱਟ ਜਾਣੀ, ਛਾਬੇ ਟੁੱਟ ਜਾਣੇ ਇਹਦੇ, ਉਹਨੂੰ ਤੋਲ ਨਹੀਂ ਸਕਦਾ। ਇਸ ਕਰਕੇ ਉਹ ਬਹੁਤ ਵੱਡਾ ਹੈ, ਅਸੀਮ ਹੈ। ਉਹਦੀਆਂ ਸਿਫਤਾਂ ਕੀਤੀਆਂ ਜਾ ਸਕਦੀਆਂ, ਉਹਦੇ ਗੁਣ ਗਾਏ ਜਾ ਸਕਦੇ ਆ। ਸਾਰੇ ਗੁਣ ਤਾਂ ਗੁਰੂ ਸਾਹਿਬ ਨੇ ਕਹਿ ਦਿੱਤਾ, ਅਸੀਂ ਨਹੀਂ ਬਿਆਨ ਕਰ ਸਕਦੇ। ਹਾਲੇ ਮਹਾਰਾਜ ਉਸੇ ਦਾ ਹੀ ਸਰਗੁਣ ਸਰੂਪ ਆ। ਤੇ ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਬੇਅੰਤ ਥਾਵਾਂ ਤੇ ਆਖਿਆ ਵੀ ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਉਹ ਵਾਹਿਗੁਰੂ ਅੱਗੇ ਤੇ ਬੁੱਧੀ ਦੀਆਂ ਸਿਆਣਪਾਂ ਛੱਡਣੀਆਂ ਪੈਂਦੀਆਂ। ਅਕਲ ਹੈ, ਪਰ ਇੰਨੀ ਅਕਲ ਵੀ ਨਹੀਂ ਵੀ ਇਹ ਪਰਮੇਸ਼ਰ ਨੂੰ ਹੀ ਇੰਨਾ ਤੋਲਣ ਲੱਗ ਪਵੇ, ਉਹਦੇ ਤੋਂ ਜ਼ਿਆਦਾ ਸਿਆਣਾ ਬਣ ਲਵੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਮਾਲਕ ਹੈ, ਉਹ ਕਰਤਾ ਹੈ, ਇਹ ਕਿਰਤ ਹੈ। ਤੇ ਕਰਤੇ ਦੀ ਮਰਿਆਦਾ ਨੂੰ ਕਿਰਤ ਨਹੀਂ ਜਾਣਦੀ ਹੁੰਦੀ ਹੈ। ਪੈਦਾ ਕੀਤਾ ਆਪਣੇ ਪੈਦਾ ਕਰਨ ਵਾਲੇ ਨੂੰ ਨਹੀਂ ਜਾਣ ਸਕਦਾ, ਉਹਦੇ ਗੁਣ ਗਾ ਸਕਦਾ ਹੈ, ਉਹਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਕਰ ਸਕਦਾ ਹੈ, ਉਹਦਾ ਸ਼ੁਕਰਾਨਾ ਕਰ ਸਕਦਾ ਹੈ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਸਦਾ ਨਮਸਕਾਰ ਤੇ ਕਰ ਸਕਦਾ ਹੈ। ਪਰ ਗਰੀਬ ਨਵਾਜ ਸਾਹਿਬ ਕਹਿੰਦੇ ਕਰਤੇ ਕੀ ਮਿੱਤ ਨਾ ਜਾਣੈ ਕੀਆ। ਪੈਦਾ ਕੀਤਾ ਹੋਇਆ ਕਰਤੇ ਦੀ ਮਿੱਤ ਨੂੰ ਨਹੀਂ ਜਾਣ ਸਕਦਾ, ਤਾਂ ਉਹ ਪਰਮੇਸ਼ਰ ਵਾਹਿਗੁਰੂ ਬੇਅੰਤ ਹੈ। ਗਰੀਬ ਨਵਾਜ ਕਹਿੰਦੇ ਉਹ ਸਾਚਾ ਸਾਹਿਬ, ਸੱਚਾ ਮਾਲਕ ਹੈ, ਅਮਰ ਹੈ, ਅਤੋਲ ਹੈ, ਤੋਲਣ ਤੋਂ ਰਹਿਤ ਹੈ। ਕੋਈ ਬੁੱਧੀ ਰੂਪੀ ਤਕੜੀ ਤੇ ਕੋਈ ਦ੍ਰਿਸ਼ਟਾਂਤ ਪ੍ਰਮਾਣ ਰੂਪੀ ਵੱਟਾ ਉਹਨੂੰ ਤੋਲ ਨਹੀਂ ਸਕਦਾ। ਜਿਹਵਾ ਸੁਚੀ ਸਾਚਾ ਬੋਲ। ਇਹ ਭਾਈ ਉਸ ਦੀ ਜੀਭ ਸੁੱਚੀ ਹੁੰਦੀ ਹੈ ਜਿਹੜਾ ਸੱਚੇ ਨਾਮ ਨੂੰ ਬੋਲਦਾ ਹੈ। ਇਹ ਜਿਹਵਾ ਤੇਰੀ ਹੈ ਗੁਰਮੁਖਾ ਸੁੱਚੀ ਹੋ ਜਾਵੇਗੀ ਜਦੋਂ ਤੂੰ ਸੱਚੇ ਨਾਮ ਨੂੰ ਬੋਲੇਗਾ। ਜਦੋਂ ਤੂੰ ਸੱਚ ਬੋਲੇਗਾ ਜੀਭ ਤੋਂ, ਤਾਂ ਤੇਰੀ ਜੀਭ ਸੁੱਚੀ ਹੋਵੇਗੀ। ਜਦੋਂ ਝੂਠ ਬੋਲੇਗਾ ਤੇ ਇਹਨੇ ਝੂਠੀ ਹੋ ਜਾਣਾ। ਝੂਠ ਬੋਲਣ ਨਾਲ ਇਹ ਝੂਠੀ ਹੁੰਦੀ ਹੈ, ਝੂਠੀ ਹੁੰਦੀ ਹੈ, ਤੇ ਸੱਚ ਬੋਲਣ ਨਾਲ ਇਹ ਸੱਚੀ ਹੁੰਦੀ ਹੈ। ਤੇ ਸੱਚ ਹੈ ਪਰਮੇਸ਼ਰ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਨਾਮ ਕਹਿਤ ਗੋਵਿੰਦ ਕਾ, ਸੂਚੀ ਭਾਈ ਰਸਨਾ। ਰਸਨਾ ਸੁੱਚੀ ਹੋ ਜਾਂਦੀ ਪ੍ਰਭੂ ਦੇ ਨਾਮ ਨੂੰ ਬੋਲ ਕੇ, ਤੇ ਕੰਨ ਸੁੱਚੇ ਹੋ ਜਾਂਦੇ ਆ ਨਾਮ ਬਾਣੀ ਨੂੰ ਸੁਣ ਕੇ। ਅੱਜ ਦਾ ਸ੍ਰੀ ਮੁਖ ਵਾਕ ਵੀ ਮਹਾਰਾਜ ਸਾਹਿਬ ਨੇ ਐਸਾ ਹੀ ਬਖਸ਼ਿਸ਼ ਕੀਤਾ। ਗਰੀਬ ਨਵਾਜ ਨੇ ਸਰਵਣਾ ਨੂੰ ਆਖਿਆ, ਕੰਨਾਂ ਨੂੰ ਆਖਿਆ ਵੀ ਕੀ ਸੁਣਦਾ ਹੈ ਨਾਸਵਾਨ ਪਦਾਰਥਾਂ ਦੇ ਬਾਰੇ। ਸੁਣੀ ਅਰਥ ਉਹ ਪ੍ਰਵਾਨ ਹਨ ਜੋ ਸੱਚੇ ਧਣੀ ਨੂੰ ਸੁਣਦੇ ਆ, ਸੱਚੇ ਮਾਲਕ ਨੂੰ ਸੁਣਦੇ ਆ। ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਲੋ ਪਠਾਏ। ਇਹ ਸਰਵਣੋ ਇਹ ਕੰਨੋ, ਸੱਚ ਸੁਣਨ ਵਾਸਤੇ, ਨਾਮ ਸੁਣਨ ਵਾਸਤੇ ਤੁਹਾਨੂੰ ਕਰਤਾ ਪੁਰਖ ਨੇ ਸਰੀਰ ਨਾਲ ਲਾਇਆ ਹੋਇਆ। ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਲੋ ਪਠਾਏ। ਸੱਚ ਸੁਣਨਾ ਲੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ। ਸੱਚ ਸੁਣਨਾ ਲੋ ਪਠਾਏ। ਤੇ ਜਿਹਵਾ ਮਾਰੇ ਕਹਿੰਦੇ ਸੁੱਚੀ ਹੁੰਦੀ ਹੈ ਸੱਚਾ ਪ੍ਰਭੂ ਦਾ ਨਾਮ ਬੋਲਣ ਨਾਲ। ਘਰ ਘਰ ਸਾਚਾ ਨਾਹੀ ਰੋਲ। ਫਿਰ ਉਸ ਜੀਵ ਨੂੰ
ਪਰਮੇਸ਼ਰ ਵਾਹਿਗੁਰੂ ਜੀ ਦਾ ਘਰ ਤੇ ਦਰ ਜੋ ਸੱਚਾ ਹੈ ਉਹ ਪ੍ਰਾਪਤ ਹੁੰਦਾ ਹੈ। ਹਿਰਦੇ ਰੂਪੀ ਘਰ ਦੇ ਵਿੱਚ ਹੀ ਉਹ ਪਰਮੇਸ਼ਰ ਵਾਹਿਗੁਰੂ ਜੋ ਦਰਗਾਹ ਦਾ ਮਾਲਕ ਹੈ ਉਹ ਸੱਚਾ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਫਿਰ ਰੋਲ ਘਚੋਲੇ ਦੇ ਵਿੱਚ ਨਹੀਂ ਪੈਂਦਾ ਹੈ। 84 ਲੱਖ ਜੂਨਾ ਰੂਪੀ ਰੋਲ ਦੇ ਵਿੱਚ ਨਹੀਂ ਰੋਲਿਆ ਜਾਂਦਾ ਹੈ। ਇਕ ਬਨ ਮੈਂ ਬੈਸੈ ਡੂੰਗਰ ਅਸਥਾਨ। ਮਹਾਰਾਜ ਕਹਿੰਦੇ ਇੱਕ ਜੀਵ ਜਿਹੜੇ ਐਸੇ ਹਨ ਉਹ ਜੰਗਲ ਵਿੱਚ ਜਾ ਕੇ ਬੈਠ ਜਾਂਦੇ ਆ ਘਰ ਬਾਹਰ ਛੱਡ ਕੇ, ਤੇ ਇੱਕ ਐਸੇ ਹਨ ਉਹ ਡੂੰਗਰ ਪਹਾੜਾਂ ਦੇ ਅਸਥਾਨਾਂ ਤੇ ਜਾ ਕੇ ਬੈਠ ਜਾਂਦੇ ਹਨ। ਨਾਮ ਵਿਸਾਰ ਪਚੈ ਅਭਿਮਾਨ। ਨਾਮ ਨੂੰ ਭੁਲਾ ਕਰਕੇ ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ ਹੀ ਖਚਿਤ ਹੋ ਜਾਂਦੇ ਆ। ਉਹਨਾਂ ਦਾ ਜੰਗਲ ਵਿੱਚ ਬੈਠਣਾ, ਪਹਾੜਾਂ ਵਿੱਚ ਬੈਠਣਾ ਸਫਲਾ ਨਹੀਂ ਹੈ, ਕਿਉਂਕਿ ਨਾਮ ਨੂੰ ਭੁਲਾਇਆ ਹੋਇਆ ਹੈ, ਹੰਕਾਰ ਦੇ ਵਿੱਚ ਖਚਿਤ ਹੋਏ ਹਨ। ਨਾਮ ਬਿਨਾ ਕਿਆ ਗਿਆਨ ਧਿਆਨ। ਜੇ ਭਾਈ ਨਾਮ ਨਹੀਂ ਜਪਦੇ ਤੇ ਨਾਮ ਤੋਂ ਬਿਨਾ ਕਿਆ ਹੈ ਗਿਆਨ ਤੇ ਕਿਆ ਹੈ ਧਿਆਨ। ਕੋਈ ਗਿਆਨ ਵੀ ਕਥਨ ਕਰੀ ਜਾਵੇ, ਕੋਈ ਧਿਆਨ ਵੀ ਅੱਖਾਂ ਮੀਟ ਕੇ ਬੈਠ ਜਾਵੇ ਕਿ ਮੈਂ ਧਿਆਨੀ ਹਾਂ, ਧਿਆਨ ਕਰਦਾ ਹਾਂ, ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਕੋਈ ਗਿਆਨ ਧਿਆਨ ਸਫਲਾ ਨਹੀਂ ਹੈ। ਗੁਰਮੁਖ ਪਾਵਹਿ ਦਰਗਹਿ ਮਾਨ। ਜਿਹੜਾ ਗੁਰੂ ਕੀ ਸ਼ਰਨ ਪੈ ਕੇ ਗੁਰਮੁਖਤਾਈ ਦਾ ਜੀਵਨ ਜਿਉਂਦਾ ਹੈ, ਨਾਮ ਜਪਦਾ ਹੈ, ਉਹੀ ਗੁਰਮੁਖ ਮਾਈ ਭਾਈ ਦਰਗਾਹ ਦੇ ਵਿੱਚ ਇੱਜ਼ਤ ਪਾਉਂਦਾ ਹੈ। ਹਠ ਹੰਕਾਰ ਕਰੈ ਨਹੀਂ ਪਾਵੈ। ਜਿਹੜਾ ਹੱਠ ਕਰਦਾ ਹੈ, ਹੱਠ ਦੇ ਨਾਲ ਬਾਹਰੀ ਕਰਮ ਕਰਦਾ ਹੈ ਤੇ ਫਿਰ ਹੰਕਾਰ ਕਰਦਾ ਉਹਨਾਂ ਕਰਮਾਂ ਦਾ, ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਪਾਠ ਪੜ੍ਹੈ ਲੈ ਲੋਕ ਸੁਣਾਵੈ। ਪਾਠ ਪੜ੍ਹੈ ਲੇ ਲੋਕ ਸੁਣਾਵੈ। ਸੋ ਪਾਠ ਪੜ੍ਹਦਾ ਹੈ ਧਰਮ ਗ੍ਰੰਥਾਂ ਦੇ, ਤੇ ਪਾਠ ਪੜ੍ਹ ਕੇ ਪੁਸਤਕਾਂ ਲੈ ਕਰਕੇ ਲੋਕਾਂ ਨੂੰ ਸੁਣਾਉਂਦਾ ਹੈ। ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਤੇ ਲੋਕਾਂ ਨੂੰ ਸੁਣਾਉਂਦਾ ਹੈ। ਤੇ ਲੇ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਵੀ ਪਾਠ ਪੜ੍ਹ ਕੇ ਤੇ ਮਾਇਆ ਲੈਂਦਾ ਹੈ, ਤੇ ਮਾਇਆ ਲੈ ਕਰਕੇ ਫਿਰ ਲੋਕਾਂ ਨੂੰ ਸੁਣਾਉਂਦਾ ਹੈ, ਤੇ ਆਪਣੇ ਆਪ ਨੂੰ ਵੱਡਾ ਪਾਠੀ ਸਮਝਦਾ ਹੈ ਕਿ ਮੈਂ ਵੱਡਾ ਹੀ ਪਾਠ ਕਰਨ ਵਾਲਾ ਹਾਂ। ਤੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਕਹਿੰਦੇ ਧਾਰਨ ਨਹੀਂ ਕਰਦਾ, ਜੇ ਆਪ ਨਹੀਂ ਉਹ ਪਾਠ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਤੇ ਸਿਰਫ ਲੋਕਾਂ ਨੂੰ ਹੀ ਸੁਣਾਉਂਦਾ, ਉਹ ਪੜ੍ਹਿਆ ਹੋਇਆ ਸੁਣਾਇਆ ਹੋਇਆ ਸਫਲਾ ਨਹੀਂ ਹੈ। ਤੀਰਥ ਭਰਮਸ ਵਿਆਦ ਨਾ ਜਾਵੈ। ਤੀਰਥਾਂ ਦੇ ਉੱਤੇ ਭਰਮਦਾ ਹੈ ਨਾਮ ਨੂੰ ਵਿਸਾਰ ਕਰਕੇ, ਤੇ ਫਿਰ ਆਦਿ ਵਿਆਧੀ ਉਪਾਧੀ ਰੂਪੀ ਰੋਗ ਨਹੀਂ ਜਾਂਦੇ ਹਨ। ਵਕਾਰਾਂ ਦੇ ਵਿੱਚ ਗ੍ਰਸਤ ਹੈ, ਤੀਰਥਾਂ ਦਾ ਭਰਮਣ ਕਰਨਾ ਵੀ ਇਹਦਾ ਨਿਸਫਲ ਹੈ। ਨਾਮ ਬਿਨਾ ਕੈਸੇ ਸੁਖ ਪਾਵੈ। ਨਾਮ ਤੋਂ ਬਿਨਾ ਮਹਾਰਾਜ ਕਹਿੰਦੇ ਕਿਸ ਤਰ੍ਹਾਂ ਸੁਖ ਪਾਵੇਗਾ। ਇਸ ਨੂੰ ਆਤਮਿਕ ਸੁਖ ਨਹੀਂ ਪ੍ਰਾਪਤ ਹੋ ਸਕਦਾ ਜੇ ਨਾਮ ਤੋਂ ਖਾਲੀ ਹੈ, ਤੇ ਭਾਵੇਂ ਧਰਮ ਗ੍ਰੰਥਾਂ ਦਾ ਪਾਠ ਕਰ ਕਰਕੇ ਲੋਕਾਂ ਨੂੰ ਸੁਣਾਉਂਦਾ ਹੈ, ਸਿਰਫ ਲੋਕ ਵਿਖਾਵੇ ਵਾਸਤੇ, ਜੇ ਆਪ ਧਾਰਨਾ ਤੋਂ ਰਹਿਤ ਹੈ, ਆਪਣੇ ਹਿਰਦੇ ਵਿੱਚ ਨਹੀਂ ਵਸਾਉਂਦਾ, ਫਿਰ ਉਹ ਪੜ੍ਹਿਆ ਹੋਇਆ ਤੇ ਤੀਰਥ ਯਾਤਰਾ ਕੀਤੀ ਹੋਈ ਵੀ ਇਹਦੀ ਸਫਲੀ ਨਹੀਂ ਹੁੰਦੀ ਹੈ। ਜਤਨ ਕਰੈ ਬਿੰਦ ਕਿਵੈ ਨਾ ਰਹਾਈ। ਇਹ ਯਤਨ ਕਰਦਾ ਹੈ ਬ੍ਰਹਮਚਰਜ ਨੂੰ ਰੋਕਣ ਵਾਸਤੇ, ਤਾਂ ਇਹਦਾ ਬਿੰਦ ਜੋ ਹੈ ਬ੍ਰਹਮਚਰਜ ਹੈ ਉਹ ਕਿਸੇ ਪ੍ਰਕਾਰ ਵੀ ਰੋਕਿਆ ਨਹੀਂ ਜਾਂਦਾ ਹੈ। ਮਨੁਆ ਡੋਲੇ ਨਰਕੇ ਪਾਈ। ਇਹਦਾ ਮਨ ਡੋਲਦਾ ਰਹਿੰਦਾ ਹੈ ਵਾਸ਼ਨਾ ਦੇ ਵਿੱਚ, ਪਰਾਏ ਘਰਾਂ ਵਿੱਚ, ਪਰਾਇਆ ਰੂਪ ਤੱਕਣ ਵਿੱਚ ਮਨ ਡੋਲਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਰਕਾਂ ਵਿੱਚ ਪਿਆ ਰਹਿੰਦਾ ਹੈ, ਤੇ ਅੱਗੇ ਵੀ ਇਹਨੂੰ ਨਰਕਾਂ ਵਿੱਚ ਪਾਇਆ ਜਾਵੇਗਾ। ਜਾਂਪਰ ਬਾਂਧੋ ਲਹਿ ਸਜਾਈ। ਐਸਾ ਜੀਵ ਜਮ ਦੀ ਪੁਰੀ ਨੂੰ ਜਾਂਦਾ ਹੈ ਬੱਝਾ ਹੋਇਆ, ਤੇ ਜਮਦੂਤਾਂ ਦੀ ਸਜ਼ਾ ਲੈਂਦਾ ਹੈ। ਬਿਨ ਨਾਵੈ ਜੀਉ ਜਲ ਬਲ ਜਾਈ। ਗਰੀਬ ਨਵਾਜ ਕਹਿੰਦੇ ਨਾਮ ਤੋਂ ਬਿਨਾ ਇਹ ਜੀਵ ਆਤਮਾ ਸੜ ਬਲ ਜਾਂਦੀ ਹੈ। ਇਹ ਜੀਵ ਨਾਮ ਤੋਂ ਬਿਨਾ ਇਹ ਅਗਿਆਨਤਾ ਦੇ ਵਿੱਚ, ਵਕਾਰਾਂ ਦੀ ਅੱਗ ਦੇ ਵਿੱਚ, ਤ੍ਰਿਸ਼ਨਾ ਹਉਮੈ ਹੰਕਾਰ ਦੀ ਅੱਗ ਦੇ ਵਿੱਚ ਸੜਦਾ ਭੁੱਜਦਾ ਰਹਿੰਦਾ ਹੈ। ਸਿਧ ਸਾਧਕ ਕੀਤੇ ਮੁਨ ਦੇਵਾ। ਕਿਤਨੇ ਹੀ ਆਪਣੇ ਆਪ ਨੂੰ ਸਿੱਧ ਕਹਾਉਂਦੇ ਆ, ਕਿਤਨੇ ਹੀ ਸਾਧਨਾ ਕਰਨ ਵਾਲੇ, ਕਿਤਨੇ ਹੀ ਮੁਨੀ ਮੰਨਣਸ਼ੀਲ ਮਹਾਤਮਾ ਕਹਾਉਂਦੇ ਆ,
ਕਿਤਨੇ ਹੀ ਆਪਣੇ ਆਪ ਨੂੰ ਦੇਵਾ ਦੇਵਤੇ ਕਹਾਉਂਦੇ ਹਨ। ਆਠ ਨਗ੍ਰਹਿ ਨਾ ਤ੍ਰਿਪ ਤਾਵਹਿ ਭੇਵਾ। ਜਿਹੜੇ ਹੱਠ ਕਰਕੇ ਮਾਰੇ ਕਹਿੰਦੇ ਇੰਦਰੀਆਂ ਦਾ ਦਮਨ ਕਰਨਾ ਚਾਹੁੰਦੇ ਆ, ਸ਼ਬਦ ਨਾਲ ਨਹੀਂ ਜੁੜਦੇ, ਨਾਮ ਨਾਲ ਨਹੀਂ ਜੁੜਦੇ, ਤੇ ਉਹ ਹੱਠ ਕਰਕੇ ਮਨ ਕਾਬੂ ਨਹੀਂ ਆਉਂਦਾ। ਹੱਠ ਕਰਕੇ ਇਹ ਇੰਦਰੀਏ ਜਿਹੜੇ ਹਨ ਇਹ ਰੋਕੇ ਨਹੀਂ ਜਾਂਦੇ ਵਿਕਾਰਾਂ ਵੱਲੋਂ। ਅੰਦਰ ਫੁਰਨਾ ਬਣਿਆ ਹੀ ਰਹਿੰਦਾ ਹੈ ਜਿੰਨਾ ਚਿਰ ਅੰਦਰ ਪ੍ਰੇਮ ਦੇ ਨਾਲ ਨਾਮ ਨਾਲ ਨਾ ਜੁੜਿਆ ਜਾਵੇ, ਭਾਵਨਾ ਦੇ ਨਾਲ ਨਾਮ ਨਾਲ ਨਾ ਚਿੱਤ ਦੀ ਬਿਰਤੀ ਜੁੜੇ। ਹੱਠ ਕਰਕੇ ਇੰਦਰੀਆਂ ਨੂੰ ਰੋਕਿਆ ਨਹੀਂ ਜਾਂਦਾ। ਨਾ ਤ੍ਰਿਪਤ ਆਵੇ ਤੇ ਨਾ ਹੀ ਤ੍ਰਿਪਤੀ ਹੁੰਦੀ ਹੈ। ਆਤਮਿਕ ਤ੍ਰਿਪਤੀ ਵੀ ਨਹੀਂ, ਅੰਦਰੋਂ ਰੱਜ ਵੀ ਨਹੀਂ ਪ੍ਰਾਪਤ ਹੁੰਦਾ, ਸਦਾ ਭੁੱਖਾ ਹੀ ਰਹਿੰਦਾ ਹੈ ਜੀ। ਭੇਵਾ ਤੇ ਭੇਦ ਫਰਕ ਹੀ ਬਣਿਆ ਰਹਿੰਦਾ ਹੈ, ਪਰਮੇਸ਼ਰ ਨਾਲੋਂ ਵਿੱਥ ਪਈ ਰਹਿੰਦੀ ਹੈ, ਭੇਦ ਪਿਆ ਰਹਿੰਦਾ ਹੈ। ਸ਼ਬਦ ਵਿਚਾਰ ਗਹਿ ਗੁਰ ਸੇਵਾ। ਇਹ ਭਾਈ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ ਤੇ ਗੁਰੂ ਕੀ ਸੇਵਾ ਗ੍ਰਹਿਣ ਕਰਦਾ ਹੈ, ਗੁਰੂ ਕੀ ਸੇਵਾ ਕਰਦਾ ਹੈ, ਗੁਰੂ ਕੇ ਸ਼ਬਦ ਨੂੰ ਵਿਚਾਰਦਾ, ਹਿਰਦੇ ਵਸਾਉਂਦਾ ਹੈ, ਉਹਨੂੰ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਉਹਦਾ ਮਨ ਤੇ ਉਹਦੇ ਇੰਦਰੀਏ ਉਹਦੇ ਵਸ ਵਿੱਚ ਆ ਜਾਂਦੇ ਹਨ। ਮਨ ਤਨ ਨਿਰਮਲ ਅਭਿਮਾਨ ਨਾ ਭੇਵਾ। ਐਸੇ ਗੁਰਮੁਖ ਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ, ਸਰੀਰ ਵੀ ਪਵਿੱਤਰ ਹੋ ਜਾਂਦਾ ਹੈ, ਤੇ ਉਸ ਦਾ ਜੋ ਅਭਿਮਾਨ ਹੈ ਨਾ ਉਹ ਵੀ ਅਭਾਵ ਹੋ ਜਾਂਦਾ ਹੈ। ਅਭੇਵਾ ਕਹੀਏ ਸਮਾਪਤ ਹੋ ਜਾਂਦਾ ਹੈ, ਅਭਿਮਾਨ ਖਤਮ ਹੋ ਜਾਂਦਾ ਹੈ। ਮਨੋ ਤੇ ਤਨੋ ਉਹ ਪਵਿੱਤਰ ਹੋ ਜਾਂਦਾ ਹੈ ਗੁਰਮੁਖ। ਸਰੀਰ ਕਰਕੇ ਵੀ ਨਿਰਮਲ ਹੋ ਜਾਂਦਾ ਹੈ, ਹਿਰਦੇ ਕਰਕੇ ਵੀ ਨਿਰਮਲ ਹੋ ਜਾਂਦਾ ਹੈ। ਕਰਮ ਭਲੈ ਪਾਵੈ ਸਚ ਨਾਉ। ਗਰੀਬ ਨਵਾਜ ਕਹਿੰਦੇ ਜੇ ਕਰਮ ਗੁਰੂ ਕੀ ਬਖਸ਼ਿਸ਼ ਹੋਵੇ ਤੇ ਫਿਰ ਇਹ ਸੱਚੇ ਨਾਮ ਨੂੰ ਜੀ ਪ੍ਰਾਪਤ ਕਰਦਾ ਹੈ। ਤੁਮ ਸਰਣਾਗਤ ਰਹੋ ਸੁਭਾਉ। ਇਸ ਕਰਕੇ ਬੇਨਤੀ ਇੰਜ ਕਰੀਏ ਕਿ ਸਤਿਗੁਰੂ ਜੀ ਆਪ ਜੀ ਦੀ, ਪ੍ਰਭੂ ਜੀ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਤੇ ਆਪ ਜੀ ਕਿਰਪਾ ਕਰੋ ਸਾਡੇ ਹਿਰਦੇ ਵਿੱਚ ਸ੍ਰੇਸ਼ਟ ਭਾਵਨਾ ਬਣ ਜਾਵੇ। ਮੈਂ ਆਪ ਜੀ ਦੀ ਸ੍ਰੇਸ਼ਟ ਭਾਵਨਾ ਦੇ ਵਿੱਚ ਸਹਿਜ ਸੁਭਾਅ ਹੀ ਆਪ ਜੀ ਦੀ ਭਾਵ ਭਗਤੀ ਵਿੱਚ ਜੁੜਿਆ ਰਹਾ, ਆਪ ਜੀ ਦੀ ਸ਼ਰਨ ਵਿੱਚ ਰਹਾ। ਤੁਮ ਤੇ ਉਪਜਿਓ ਭਗਤੀ ਭਾਉ। ਮਹਾਰਾਜ ਕਹਿੰਦੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਇਸ ਤਰ੍ਹਾਂ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ ਸਤਿਗੁਰੂ ਜੀ ਆਪ ਜੀ ਤੋਂ ਹੀ ਭਗਤੀ ਤੇ ਭਾਵਨਾ ਪੈਦਾ ਹੋਈ ਹੈ। ਆਪ ਹੀ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਭਗਤੀ ਵਾਲਾ ਭਾਵ, ਭਗਤੀ ਵਾਲਾ ਪ੍ਰੇਮ ਭਾਵਨਾ ਹਿਰਦੇ ਵਿੱਚ ਆਪ ਜੀ ਪੈਦਾ ਕਰ ਦੇਵੋ। ਜਪ ਜਪੋ ਗੁਰਮੁਖ ਨਾਮ। ਤੇ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ ਵੀ ਜਪ ਜਪ, ਜੋ ਜਪਣੇ ਯੋਗ ਹੈ ਨਾ ਪਰਮੇਸ਼ਰ ਦਾ ਜਪ, ਉਸ ਨੂੰ ਜਪਣਾ ਕਰੋ। ਗੁਰਮੁਖ ਹੋ ਕਰਕੇ, ਗੁਰੂ ਕੀ ਸਿੱਖਿਆ ਦੇ ਧਾਰਨੀ ਹੋ ਕਰਕੇ, ਗੁਰੂਮੁਖ ਦੁਆਰਾ ਉਪਦੇਸ਼ ਲੈ ਕਰਕੇ ਹਰੀ ਨਾਮ ਦੇ ਜਪ ਨੂੰ ਜਪਣਾ ਕਰੋ। ਹਉਮੈ ਗਰਭ ਜਾਈ ਮਨ ਭੀਨੈ। ਗਰੀਬ ਨਵਾਜ ਕਹਿੰਦੇ ਫਿਰ ਭਾਈ ਜਦੋਂ ਸ਼ਬਦ ਦਾ ਜਪ ਕਰੀਏ ਫਿਰ ਹਉਮੈ ਦੇਹ ਦੀ ਚਲੇ ਜਾਂਦੀ ਹੈ, ਦੇਹ ਦੀ ਹਉਮੈ ਨਿਵਰਤ ਹੋ ਜਾਂਦੀ ਹੈ, ਤੇ ਗਰਭ ਜਿਹੜਾ ਹੰਕਾਰ ਹੈ ਸ਼ੁਭ ਕਰਮਾਂ ਦਾ ਉਹ ਗਰਭ ਵੀ ਚਲੇ ਜਾਂਦਾ ਹੈ, ਤੇ ਮਨ ਜਿਹੜਾ ਹੈ ਉਹ ਪਰਮੇਸ਼ਰ ਦੇ ਨਾਮ ਦੇ ਵਿੱਚ ਲੀਨ ਹੋ ਜਾਂਦਾ, ਮਨ ਭਿੱਜ ਜਾਂਦਾ। ਨਹੀਂ ਤਾਂ ਜਿੰਨਾ ਚਿਰ ਮਨ ਨਹੀਂ ਭਿੱਜਦਾ ਨਾਮ ਦੇ ਵਿੱਚ, ਮਨ ਨਹੀਂ ਜੁੜਦਾ ਨਾਮ ਵਿੱਚ, ਉਹਨਾਂ ਚਿਰ ਦੇਹ ਦੀ ਹਉਮੈ ਬਣੀ ਰਹਿੰਦੀ ਹੈ। ਕਈ ਤਰ੍ਹਾਂ ਕਰਕੇ ਦੇਹ ਦੀ ਹਉਮੈ ਹੈ ਵੀ ਮੇਰੇ ਸਰੀਰ ਦੇ ਵਿੱਚ ਬੜੀ ਤਾਕਤ ਹੈ, ਬੜਾ ਬਲ ਹੈ, ਮੈਂ ਹਾਂ। ਉਹ ਮੈਂ ਭਾਵ ਜਿਹੜੇ ਨਾ ਉਹ ਬਣਿਆ ਹੀ ਰਹਿੰਦਾ ਹੈ। ਮੇਰੀ ਦੇਹ ਬੜੀ ਸੁੰਦਰ ਹੈ ਤੇ ਇਸੇ ਤਰ੍ਹਾਂ ਮੇਰੀ ਦੇਹ ਦੇ ਵਿੱਚ ਬੜੀ ਤਾਕਤ ਹੈ ਤੇ ਮੈਂ ਬਹੁਤ ਸਿਆਣਾ ਹਾਂ। ਇਹ ਮੈਂ ਪੁਣਾ ਹੰਕਾਰ ਜਿਹੜੀ ਹਉਮੈ ਬਣੀ ਰਹਿੰਦੀ ਹੈ, ਤੇ ਫਿਰ ਗਰਭ ਉਹ ਕਰਮਾਂ ਦਾ ਬਣਿਆ ਰਹਿੰਦਾ। ਜਿਹੋ ਜਿਹਾ ਜੀਵ ਕਰਮ ਕਰਦਾ ਉਹਦਾ ਹੰਕਾਰ ਨਾਲ ਨਾਲ ਕਰਦਾ। ਹਰੇਕ ਕਰਮ ਦਾ ਹੰਕਾਰ ਹੁੰਦਾ ਹੈ, ਪਰ ਜਿਹੜੇ ਸ਼ੁਭ ਕਰਮ ਕੀਤੇ ਜਾਂਦੇ, ਧਾਰਮਿਕ ਕਰਮ ਕੀਤੇ ਜਾਂਦੇ, ਉਹਨਾਂ ਦਾ ਵੀ ਹੰਕਾਰ ਕਰ ਬੈਠਦਾ। ਮਹਾਰਾਜ ਕਹਿੰਦੇ ਕਰਮ ਭਾਵੇਂ ਚੰਗਾ ਵੀ ਹੋਵੇ ਪਰ ਉਹਦਾ ਜਿਹੜਾ ਹੰਕਾਰ ਹੈ ਨਾ, ਹੰਕਾਰ ਕਰਨ ਦੇ ਨਾਲ ਚੰਗਾ ਕਰਮ, ਸ਼ੁਭ ਕਰਮ ਵੀ ਨਿਸਫਲ ਹੋ ਜਾਂਦਾ ਹੈ।
ਜਿਵੇਂ ਨਾਵੇਂ ਪਾਤਸ਼ਾਹ ਨੇ ਆਖਿਆ, ਕੋਈ ਤੀਰਥਾਂ ਦੀ ਯਾਤਰਾ ਕਰ ਲਵੇ, ਵਰਤ ਰੱਖ ਲਵੇ, ਦਾਨ ਕਰ ਲਵੇ, ਪੁੰਨ ਕਰ ਲਵੇ, ਪਰ ਜਦੋਂ ਗੁਮਾਨ ਕਰ ਲਿਆ ਮਨ ਵਿੱਚ ਤੇ ਸਾਰੇ ਇਸ ਤਰ੍ਹਾਂ ਨਿਸਫਲ ਹੋ ਜਾਂਦੇ ਆ ਜਿਵੇਂ ਹਾਥੀ ਦਰਿਆ ਵਿੱਚ ਵੜ ਕੇ ਨਹਾਤਾ ਸੀ, ਉਹਨੇ ਇਸ਼ਨਾਨ ਕੀਤਾ ਸੀ, ਬਾਹਰ ਨਿਕਲ ਕਰਕੇ ਫੇਰ ਮਿੱਟੀ ਚੁੱਕ ਕੇ, ਘੱਟਾ ਚੁੱਕ ਕੇ ਆਪਣੇ ਗਿੱਲੇ ਪਿੰਡੇ ਤੇ ਪਾ ਲਿਆ ਤੇ ਅੱਗੇ ਨਾਲੋਂ ਵੀ ਮੈਲਾ ਹੋ ਗਿਆ। ਜਦੋਂ ਕਹਿੰਦਾ ਨਾ ਮੈਂ ਦਾਨ ਕੀਤਾ, ਮੈਂ ਇਹ ਸੇਵਾ ਕੀਤੀ, ਮੈਂ ਸਿਮਰਨ ਕੀਤਾ, ਉਹ ਮੈਂ ਪੁਣਾ ਨਹੀਂ ਜਿੰਨਾ ਚਿਰ ਮਿਟਦਾ। ਮਹਾਰਾਜ ਕਹਿੰਦੇ ਉਹਨਾਂ ਚਿਰ ਉਹ ਚੰਗਾ ਕਰਮ ਵੀ ਪ੍ਰਮਾਣ ਨਹੀਂ ਹੁੰਦਾ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇਹ, ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਨਹਾਉਣਾ ਨਿਸਫਲ ਜਾਂਦਾ, ਇਸ ਤਰ੍ਹਾਂ ਗਰੀਬ ਨਵਾਜ ਕਹਿੰਦੇ ਨਿਸਫਲ ਚਲੇ ਜਾਂਦੇ। ਇਸ ਕਰਕੇ ਗਰੀਬ ਨਵਾਜ ਨੇ ਆਖਿਆ ਵੀ ਹੰਕਾਰ ਕਰਕੇ ਜੀਵ ਹੰਕਾਰ ਵਿੱਚ ਗਲਦਾ ਸੜਦਾ ਹੈ, ਹੰਕਾਰ ਨੂੰ ਤਿਆਗਣ ਵਾਲੇ ਸੁਖੀ ਵਸਦੇ ਹਨ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਅੱਗੇ ਬੜੀ ਵਿਆਖਿਆ ਕੀਤੀ ਮਹਾਰਾਜ। ਗਰੀਬ ਨਵਾਜ ਨੇ ਆਖਿਆ, ਜਿਸ ਕੇ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਭਾਗ ਦਾ ਅਭਿਮਾਨ ਹੈ ਕਿ ਮੈਂ ਰਾਜਾ ਹਾਂ, ਸੋ ਨਰਕ ਪਾਤੀ ਹੋਵਤ ਸੁਆਨ। ਮਹਾਰਾਜ ਕਹਿੰਦੇ ਉਹ ਨਰਕਾਂ 'ਚ ਪੈਣ ਵਾਲਾ ਕੂਕਰ ਹੈ, ਕੁੱਤਾ ਹੈ, ਉਹ ਕੁੱਤਾ ਬਣ ਕੇ ਨਰਕਾਂ 'ਚ ਪੈਂਦਾ ਹੈ ਤੇ ਰਾਜ ਭਾਗ ਕਰਦਾ ਹੋਇਆ ਵੀ ਉਹ ਕੂਕਰ ਬਿਰਤੀ ਵਾਲਾ ਹੀ ਹੈ, ਜਿਹਦੇ ਅੰਦਰ ਹੰਕਾਰ ਹੈ, ਕਿਉਂਕਿ ਪ੍ਰਜਾ ਨੂੰ ਉਹ ਵੱਢਦਾ ਹੀ ਰਹਿੰਦਾ ਹੈ, ਪ੍ਰਜਾ ਨੂੰ ਦੁਖੀ ਕਰਦਾ ਹੀ ਰਹਿੰਦਾ ਹੈ। ਜਿਸ ਕੇ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋ ਬਨਵੰਤ, ਜਿਹੜਾ ਜਾਣਦਾ ਹੈ ਮੈਂ ਜਵਾਨੀ ਵਾਲਾ, ਮੇਰੇ ਤੇ ਹੀ ਜਵਾਨੀ ਆਈ, ਪਹਿਲਾਂ ਤਾਂ ਕਿਸੇ ਤੇ ਆਈ ਹੀ ਨਹੀਂ ਸੀ, ਸੋ ਮੈਂ ਹੀ ਜਵਾਨੀ ਵਾਲਾ ਹੈ, ਮੇਰਾ ਦਗ ਦਗ ਕਰਦਾ ਚਿਹਰਾ ਹੈ, ਮੇਰੇ ਸਰੀਰ 'ਚ ਬੜੀ ਤਾਕਤ ਹੈ, ਮੈਂ ਜਵਾਨ ਹਾਂ, ਮੈਂ ਜੋਬਨ ਵਾਲਾ ਹਾਂ। ਸਤਿਗੁਰੂ ਕਹਿੰਦੇ ਗੰਦਗੀ ਦਾ ਕੀੜਾ ਹੈ, ਵਿਕਾਰਾਂ 'ਚ ਖੁੱਭਿਆ ਹੋਇਆ, ਤੇ ਇਸ ਜਵਾਨੀ ਦੇ ਹੰਕਾਰ ਕਰਕੇ ਇਹਨੂੰ ਗੰਦਗੀ ਦਾ ਕੀੜਾ ਬਣਨਾ ਪਵੇਗਾ। ਜੋ ਜਾਣੈ ਮੈਂ ਜੋ ਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਫਿਰ ਅੱਗੇ ਮਹਾਰਾਜ ਨੇ ਬਚਨ ਕੀਤਾ, ਆਪਸ ਕਉ ਕਰਮਵੰਤ ਕਹਾਵੈ। ਚੰਗੇ ਕਰਮ ਕਰਨ ਦਾ ਸਾਰੀ ਬਾਣੀ 'ਚ ਉਪਦੇਸ਼ ਦਿੱਤਾ। ਇੱਕ ਬੰਦਿਆ ਬੁਰਾਈਆਂ ਛੱਡ ਤੇ ਚੰਗਿਆਈਆਂ ਧਾਰਨ ਕਰ, ਚੰਗੇ ਕਰਮ ਕਰ, ਪਰ ਨਾਲ ਹੀ ਕਹਿ ਦਿੱਤਾ ਵੀ ਜੇ ਚੰਗੇ ਕਰਮਾਂ ਦਾ ਹੰਕਾਰ ਕਰਦਾ ਹੈ, ਤੇਰੇ ਚੰਗੇ ਕਰਮ ਕੀਤੇ ਵੀ ਨਿਸਫਲ ਚਲੇ ਜਾਣੇ। ਸੇਵਾ ਕਰਕੇ, ਸਿਮਰਨ ਕਰਕੇ, ਦਾਨ ਕਰਕੇ, ਪੁੰਨ ਕਰਕੇ, ਨੇਕੀ ਕਰਕੇ, ਪਰਉਪਕਾਰ ਕਰਕੇ, ਜੇ ਕਹਿੰਦਾ ਨਾ ਮੈਂ ਕੀਤਾ ਤੇ ਸਤਿਗੁਰੂ ਕਹਿੰਦੇ ਨਿਸਫਲ ਚਲੇ ਗਿਆ। ਜੇ ਕਹਵੇਂ ਵੀ ਸਤਿਗੁਰੂ ਜੀ ਤੁਸੀਂ ਕਰਵਾਇਆ, ਤੁਸੀਂ ਕਿਰਪਾ ਕਰਕੇ ਤੁਸੀਂ ਮਨੁੱਖਾ ਜਨਮ ਦਿੱਤਾ, ਤੁਸੀਂ ਜਿੰਦ ਜਾਨ ਦਿੱਤੀ, ਤੁਸੀਂ ਸਾਹ ਦਿੱਤੇ, ਤੁਸੀਂ ਕਿਰਪਾ ਕਰਕੇ ਸਭ ਕੁਝ ਕਰਵਾ ਰਿਹਾ। ਭਗਤਾਂ ਦੀ ਅਵਸਥਾ ਇਹ ਹੁੰਦੀ ਹੈ, ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਜੇ ਵਡਿਆਈ ਵੀ ਮਿਲੇ ਤੇ ਕਹਿੰਦੇ ਮੇਰੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਵਡਿਆਈ ਹੈ, ਤੁਸੀਂ ਕਿਰਪਾ ਕਰਕੇ ਵਡਿਆਈ ਦਿੱਤੀ, ਮੇਰਾ ਤੇ ਨਾਮ ਕੋਈ ਨਹੀਂ ਜਾਣਦਾ। ਮਹਾਰਾਜ ਕਹਿੰਦੇ ਆਪਸ ਕਉ ਕਰਮਵੰਤ ਕਹਾਵੈ, ਆਪਣੇ ਆਪ ਨੂੰ ਚੰਗੇ ਕਰਮ ਕਰਨ ਵਾਲਾ ਕਹਾਉਂਦਾ ਹੈ। ਚੰਗੇ ਕਰਮ ਕਰਨ ਤੋਂ ਰੋਕਿਆ ਨਹੀਂ, ਪਰ ਕਹਿੰਦੇ ਕਰਕੇ ਕਹਾ ਨਾ। ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਜੰਮਦਾ ਹੈ, ਮਰਦਾ ਹੈ, ਬਹੁਤੀਆਂ ਜੂਨੀਆਂ ਦੇ ਵਿੱਚ ਫਿਰ ਚੱਕਰ ਕੱਟਦਾ ਹੈ, ਭਰਮਦਾ ਹੈ। ਕਿਉਂਕਿ ਬੇੜੀ ਤਾਂ ਬੇੜੀ ਹੈ, ਹੱਥ ਘੜੀ ਤੇ ਹੱਥ ਘੜੀ ਹੈ, ਭਾਵੇਂ ਲੋਹੇ ਦੀ ਹੋਵੇ ਤੇ ਭਾਵੇਂ ਸੋਨੇ ਦੀ ਹੋਵੇ। ਬੁਰੇ ਕਰਮ ਦਾ ਜਿਹੜਾ ਹੈ ਬੇੜੀ, ਉਹਦੇ 'ਚ ਵੱਜਣਾ ਉਹ ਲੋਹੇ ਦੀ ਬੇੜੀ ਲਾ ਲਓ। ਜਿਹੜਾ ਚੰਗਾ ਕਰਮ ਕਰਕੇ ਉਹਦਾ ਹੰਕਾਰ ਕਰਨਾ, ਉਹ ਕਹਿੰਦੇ ਵੀ ਹੈ ਚੰਗਾ ਕਰਮ, ਪਰ ਬੇੜੀ ਤਾਂ ਇਹ ਵੀ ਹੈ ਨਾ, ਰੱਸਾ ਤੇ ਇਹ ਵੀ ਹੈ, ਭਾਵੇਂ ਸੋਨੇ ਦੀ ਹੱਥ ਘੜੀ ਹੈ, ਹੱਥ ਘੜੀ ਤੇ ਹੱਥ ਘੜੀ ਹੁੰਦੀ ਹੈ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਨ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਜਿਹੜਾ ਧਨ ਦਾ, ਭੂਮੀ ਦਾ ਹੰਕਾਰ ਕਰਦਾ ਹੈ, ਉਹ ਮੂਰਖ ਹੈ, ਅੰਧਾ ਹੈ, ਅਗਿਆਨੀ ਹੈ। ਕਿਉਂਕਿ ਇਹ ਧਨ ਸਦਾ ਇੱਕ ਕੋਲੇ ਨਹੀਂ ਰਹਿੰਦਾ, ਇਹ ਭੂਮੀ ਇੱਕ ਕੋਲੇ ਨਹੀਂ ਰਹਿੰਦੀ। ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕੀਹਾ ਮੁਕਤ
ਆਗੇ ਸੁਖ ਪਾਵੇ। ਜਿਹਦੇ ਤੇ ਕਿਰਪਾ ਕਰਕੇ ਵਾਹਿਗੁਰੂ ਹਿਰਦੇ 'ਚ ਗਰੀਬੀ ਦੇ ਦਵੇ। ਮਹਾਰਾਜ ਕਹਿੰਦੇ ਉਹ ਇੱਥੇ ਸੁਖੀ ਹੁੰਦਾ, ਇੱਥੇ ਮੁਕਤ ਹੋ ਜਾਂਦਾ ਤੇ ਅੱਗੇ ਵੀ ਸੁਖ ਪਾਉਂਦਾ। ਇੱਥੇ ਵੀ ਸੁਖੀ ਤੇ ਅੱਗੇ ਵੀ ਸੁਖੀ। ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹਉਮੈ ਤੇ ਗਰਭ ਇਹ ਨਿਵਰਤ ਹੋ ਜਾਂਦਾ ਜਿਸ ਵੇਲੇ ਨਾਮ ਦੇ ਵਿੱਚ ਮਨ ਭਿੱਜ ਜਾਂਦਾ ਹੈ, ਜੁੜ ਜਾਂਦਾ ਹੈ। ਝੂਠ ਨਾ ਪਾਵਸ ਪਾਖੰਡ ਕੀਨੈ। ਤੇ ਜਿੰਨਾ ਚਿਹਰੇ ਝੂਠ ਬੋਲੀ ਜਾਂਦਾ ਹੈ, ਪਖੰਡ ਕਰਦਾ, ਨਾਲੇ ਤੇ ਪਖੰਡ ਕਰਦਾ ਨਾਲੇ ਝੂਠ ਬੋਲਦਾ। ਕਹਿੰਦਾ ਵੀ ਮੇਰੀ ਸੁਰਤੀ ਬਿਰਤੀ ਜੁੜ ਜਾਂਦੀ, ਮੈਨੂੰ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ। ਪਖੰਡ ਕਰਦਾ ਹੈ। ਦੋਵੇਂ ਪੱਖ ਗੁਰਬਾਣੀ 'ਚ ਮਹਾਰਾਜ ਸਾਹਿਬ ਨੇ ਦਿੱਤੇ ਆ। ਅੱਖਾਂ ਮੀਟ ਕੇ ਬੈਠਣ ਨੂੰ ਜੇ ਤੇ ਭਾਵਨਾ ਨਾਲ ਬੈਠਦਾ ਹੈ, ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਮੂੰਦ ਲਈਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਜੇ ਤੇ ਉਸ ਪਿਆਰ ਵਿੱਚ ਅੱਖਾਂ ਮੀਟੀਆਂ ਨਾਮ ਦੇ ਵਿੱਚ, ਵੀ ਬਾਹਰੋਂ ਬਗਾਨਾ ਰੂਪ ਤੱਕਣ ਵਾਲੇ ਜੇ ਬਿਰਤੀ ਜਾਂਦੀ ਹੈ ਤੇ ਰੋਕ ਕੇ ਜੇ ਸਿਮਰਨ ਕਰਦਾ ਹੈ ਤੇ ਫਿਰ ਮਾੜਾ ਨਹੀਂ। ਪਰ ਜੇ ਵਿਖਾਵੇ ਵਾਸਤੇ ਕਰਦਾ ਹੈ ਤੇ ਫਿਰ ਮਹਾਰਾਜ ਨੇ ਕਹਿ ਦਿੱਤਾ ਕਿ ਇਹ ਪਖੰਡ ਕਰ ਰਿਹਾ। ਕਹਾ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੇ ਹੋ ਬੱਕ ਧਿਆਨ ਲਗਾਇਓ। ਇਹ ਤਾਂ ਬਗਲੇ ਵਰਗਾ ਧਿਆਨ ਲਾਇਆ ਹੋਇਆ ਜੇ ਪਖੰਡ ਕਰਦਾ। ਸਤਿਗੁਰੂ ਕਹਿੰਦੇ ਝੂਠ ਬੋਲਣ ਦੇ ਨਾਲ ਤੇ ਪਖੰਡ ਕਰਨ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਬਿਨ ਗੁਰ ਸ਼ਬਦ ਨਹੀਂ ਕਰਬਾਰ। ਬਿਨਾਂ ਗੁਰੂ ਕੇ ਸ਼ਬਦ ਤੋਂ, ਜਿੰਨਾ ਚਿਰ ਗੁਰੂ ਕੇ ਸ਼ਬਦ ਨੂੰ ਨਹੀਂ ਸੁਣਦਾ, ਨਹੀਂ ਮੰਨਦਾ, ਨਹੀਂ ਕਮਾਉਂਦਾ, ਨਹੀਂ ਹਿਰਦੇ ਵਸਾਉਂਦਾ, ਗੁਰੂ ਕੇ ਸ਼ਬਦ ਉਪਦੇਸ਼ ਤੋਂ ਬਿਨਾਂ ਇਹਨੂੰ ਵਾਹਿਗੁਰੂ ਜੀ ਦੇ ਘਰ-ਬਾਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਨਾਨਕ ਗੁਰਮੁਖ ਤਤ ਵਿਚਾਰ। ਗਰੀਬ ਨਵਾਜ ਕਹਿੰਦੇ ਹਨ ਵੀ ਇਹ ਗੁਰਮੁਖ ਜਿਹੜਾ ਗੁਰੂ ਕੀ ਸ਼ਰਨ ਵਿੱਚ ਪੈਂਦਾ ਹੈ, ਉਹ ਤਤ ਸਿਧਾਂਤ ਰੂਪ ਪਰਮੇਸ਼ਰ ਵਾਹਿਗੁਰੂ ਜੀ ਦੀ ਵਿਚਾਰ ਕਰਦਾ ਹੈ। ਉਹ ਸਿਧਾਂਤ ਦੀ ਵਿਚਾਰ ਕਰਕੇ ਪ੍ਰਭੂ ਦੇ ਨਾਲ ਜੁੜਦਾ ਹੈ, ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ, ਉਹਦੇ ਨਾਮ ਦੇ ਨਾਲ ਜੁੜਦਾ ਹੈ। ਇਹ ਪਵਿੱਤਰ ਉਪਦੇਸ਼ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਬਖਸ਼ਿਆ। ਜੋ ਰਹਿੰਦੇ 5 ਮਿੰਟ ਹਨ ਉਹਦੇ ਵਿੱਚ ਆਪਾਂ ਸਾਧ ਸੰਗਤ ਜੀ ਗੁਰਮੰਤਰ ਦਾ ਜਾਪ ਕਰੀਏ। ਸਭ ਮਾਈ ਭਾਈ ਪਿੱਛੇ ਬੋਲਣ ਦੀ ਕਿਰਪਾਲਤਾ ਕਰਨੀ। ਇੱਕ ਵਾਰੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਗੁਜਾਈਏ ਜੀ। ਬਿਨ ਗੁਰ ਸ਼ਬਦ ਨਹੀਂ ਘਰ ਬਾਰ। ਨਾਨਕ ਗੁਰਮੁਖ ਤਤ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਸਾਰੇ ਬੋਲਣ ਦੀ ਕਿਰਪਾਲਤਾ ਕਰੋ। ਵਾਹਿਗੁਰੂ 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 ਵਾਹਿਗੁਰੂ